आओ आप परमेश्वर के वचन देखांगे नवे नियम दे विच फिलिपिया नवे नियम दे विच फिलिपिया पेज नंबर 260 ਉਹਦਾ 3 ਅਧਿਆਇ पेज नंबर 260 फिलिपिया मिल गया आप पढ़ांगे फिलिपिया 3 अध्याय ਉਹਦਾ 1 ਤੋਂ ਲੈ ਕੇ ਉਹਦੇ 10 ਤੱਕ ਮੁੱਖ ਦੀ ਗੱਲ ਹੈ ਮੇਰੇ ਭਰਾਵੋ ਪ੍ਰਭੂ ਵਿੱਚ ਆਨੰਦ ਰਹੋ। ਉਹ ਗੱਲਾਂ ਤੁਹਾਨੂੰ ਮੁੜ-ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ। ਕੁੱਤਿਆਂ ਤੋਂ ਸੁਚੇਤ ਰਹੋ, ਕੁਕਰਮੀਆਂ ਤੋਂ ਸੁਚੇਤ ਰਹੋ, ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ। ਕਿਉਂ ਜੋ ਸੁਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ਵਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯੀਸ਼ੂ ਦੇ ਉੱਤੇ ਅਭਿਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ। ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ, ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ। ਜਨਮ ਤੋਂ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਇਲ ਦੇ ਵੰਸ਼ ਦਾ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਅਤੇ ਸਰਾਂ ਦੀ ਪੁੱਛੋ ਤਾਂ ਫਰੀਸੀ। ਅਣਖ ਦੀ ਪੁੱਛੋ ਤਾਂ ਕਲੀਸਿਆ ਦਾ ਸਤਾਉਣ ਵਾਲਾ, ਸਰਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼। ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਂ ਦੀਆਂ ਹੀ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨੀ ਝੱਲੀ ਅਤੇ ਉਹਨਾਂ ਨੂੰ ਪੂਰਾ ਸਮਝਦਾ ਹਾਂ ਬਈ ਮੈਂ ਮਸੀਹ ਨੂੰ ਖੱਟ ਲਵਾਂ ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਹਿਤ ਨਹੀਂ ਜਿਹੜਾ ਸਰਾਂ ਤੋਂ ਹੁੰਦਾ ਹੈ, ਸਗੋਂ ਉਸ ਧਰਮ ਸਹਿਤ ਜਿਹੜਾ ਮਸੀਹ ਉੱਤੇ ਨੇਚਾ ਕਰਨ ਤੋਂ ਪਾਈਦਾ ਹੈ, ਅਰਥਾਤ ਉਸ ਧਰਮ ਸਹਿਤ ਜਿਹੜਾ ਪਰਮੇਸ਼ਵਰ ਦੀ ਵੱਲੋਂ ਨੇਚਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦੀਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ। सारे बोलो हालेलुया ਹਾਲੇਲੂਇਆ हालेलुया ਹਾਲੇਲੂया। ये परमेश्वर का वचन है और ये परमेश्वर का वचन परमेश्वर के आत्मा के द्वारा लिखाया गया है। तो प्रभु यीशु मसीह कहते हैं आकाश धरती टल जाएगा पर मेरा वचन नहीं टलेगा। इस करके ਆਪਾਂ परमेश्वर के वचन ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾਗਾ, ਕਿਉਂਕਿ ਸੁਣਨ ਦੇ ਨਾਲ ਵਿਸ਼ਵਾਸ ਆਉਂਦਾਗਾ ਔਰ ਸੁਣਨਾ ਸਾਨੂੰ ਮਸੀਹ ਦਾ ਵਚਨ ਚਾਹੀਦਾਗਾ। ਔਰ ਬਾਈਬਲ ਦੇ ਵਿੱਚ ਲਿਖਿਆਗਾ ਵੀ ਤੁਸੀਂ ਸੁਣ ਕੇ ਆਪਣਾ ਆਪ ਨੂੰ ਧੋਖਾ ਦੇਣ ਵਾਲੇ ਨਾ ਬਣੋ, ਸਗੋਂ ਕੀ ਕਰੋ ਤੁਸੀਂ ਵਚਨ ਦੇ ਉੱਪਰ ਅਮਲ ਕਰਨ ਵਾਲੇ ਹੋਵੋ। ਤੇ ਜਦੋਂ ਅਸੀਂ ਵਚਨ ਨੂੰ ਸੁਣਦੇ ਹਾਂ ਤਾਂ ਸਾਨੂੰ ਵਿਸ਼ਵਾਸ ਆਉਂਦਾਗਾ। ਅਗਰ ਅਸੀਂ ਵਚਨ ਨਹੀਂ ਸੁਣਦੇ ਤਾਂ ਅਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਕਰ ਸਕਦੇ। ਚਾਹੇ ਬਾਈਬਲ ਸਾਡੇ ਘਰ ਦੇ ਵਿੱਚ ਪਿਆਗਾ, ਚਾਹੇ ਅਸੀਂ ਸੰਗਤੀ ਵਿੱਚ ਵੀ ਜਾਂਦੇ ਹਾਂ, ਅਗਰ ਅਸੀਂ ਆਪਣੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਜਗ੍ਹਾ ਨਹੀਂ ਦਿੰਦੇ, ਅਸੀਂ ਵਚਨ ਨੂੰ ਸੁਣਦੇ ਨਹੀਂ, ਤਾਂ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਇਸ ਲਈ ਜੋ ਵਚਨ ਹੈ ਸਭ ਤੋਂ ਜ਼ਿਆਦਾ ਇਸ ਨੂੰ ਅਹਿਮੀਅਤ ਦਿਓ, ਇਸ ਨੂੰ ਸਭ ਤੋਂ ਜ਼ਿਆਦਾ ਆਪਣੇ ਜੀਵਨ ਦੇ ਵਿੱਚ ਅਹਿਮੀਅਤ ਦਿਓ, ਕਿਉਂਕਿ ਇਹ ਵਚਨ ਅਗਰ ਅੱਜ ਜੋ ਸਿਖਾਇਆ ਜਾਏਗਾ ਹੋ ਸਕੇ ਫਿਰ ਸਾਨੂੰ ਕਦੇ ਸੁਣਨ ਦਾ ਮੌਕਾ ਨਾ ਮਿਲੇ, ਹੋ ਸਕੇ ਇਹ ਸਮਾਂ ਸਾਡੇ ਕੋਲ ਦੁਬਾਰਾ ਫੇਰ ਨਾ ਆਵੇ। ਲੇਕਿਨ ਜਦੋਂ ਅੱਜ ਅਸੀਂ ਇਕੱਠੇ ਹੋਏ ਹਾਂ ਤਾਂ ਸਾਡਾ ਜੋ ਫਰਜ਼ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣੀਏ। ਕਿਉਂਕਿ ਅੱਜ ਦੇਖੋ ਜੋ ਇਨਸਾਨ ਦੀ ਦੌੜ ਲੱਗੀ ਹੋਈ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਗਾ, ਚਾਹੇ ਕਿਸੇ ਵੀ ਜਾਤ ਦਾ ਗਾ, ਚਾਹੇ ਇਨਸਾਨ ਨਸ਼ਾ ਕਰਦਾ ਗਾ, ਚਾਹੇ ਜੂਆ ਖੇਡਦਾ ਗਾ, ਚਾਹੇ ਜੋ ਵੀ ਕਰਦਾ ਗਾ, ਲੇਕਿਨ ਹਰ ਇੱਕ ਇਨਸਾਨ ਸੋਚਦਾ ਗਾ ਕਿ ਮੈਂ ਸਵਰਗ ਜਾਵਾਂ। ਹਰ ਇੱਕ ਇਨਸਾਨ ਇਹੀ ਸੋਚਦਾ ਗਾ ਕਿ ਮੈਂ ਸਵਰਗ ਜਾਵਾਂ। ਹੁਣ ਦੇਖੋ ਜੋ ਮਸੀਹ ਨੂੰ ਮੰਨਦੇ ਨੇ ਉਹ ਵੀ ਤਾਂ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਸਵਰਗ ਜਾਈਏ। ਮਤਲਬ ਜਿੰਨੇ ਵੀ ਲੋਕ ਆਪਾਂ ਦੇਖਦੇ ਹਾਂ, ਜਿੰਨੇ ਵੀ ਲੋਕਾਂ ਨੂੰ ਮਿਲਦੇ ਹਾਂ, ਜਾਂ ਕਿਤੇ ਵੀ ਆਪਾਂ ਕਿਸੇ ਦੀ ਕੋਈ ਗੱਲਬਾਤ ਨਿਕਲ ਆਉਂਦੀ ਹੈ ਤਾਂ ਹਰ ਇੱਕ ਇਨਸਾਨ ਇਹੀ ਕਹਿੰਦਾ ਗਾ ਕਿ ਮੈਂ ਸਵਰਗ ਜਾਣਾ ਚਾਹੁੰਦਾ ਗਾ। ਮਤਲਬ ਕੋਈ ਵੀ ਇਨਸਾਨ ਨਰਕ ਨੂੰ ਪਸੰਦ ਨਹੀਂ ਕਰਦਾ। ਅਗਰ ਕੋਈ ਇਨਸਾਨ ਕਿਸੇ ਸਮੱਸਿਆ ਵਿੱਚ ਫਸਿਆ ਗਾ, ਕਿਸੇ ਪਰੇਸ਼ਾਨੀ ਦੇ ਵਿੱਚ ਫਸਿਆ ਗਾ, ਤਾਂ ਉਸ ਇਨਸਾਨ ਨੂੰ ਕੀ ਲੱਗਦਾ ਗਾ ਕਿ ਇਹ ਮੇਰੇ ਲਈ ਨਰਕ ਹੈ, ਇਹਦੇ ਵਿੱਚੋਂ ਮੈਂ ਨਿਕਲ ਜਾਵਾਂ। ਮਤਲਬ ਕਿ ਹਰ ਇੱਕ ਇਨਸਾਨ ਇਹੀ ਚਾਹੁੰਦਾ ਗਾ ਕਿ ਮੈਂ ਸਵਰਗ ਵਿੱਚ ਚਲਾ ਜਾਵਾਂ। ਹੁਣ ਦੇਖੋ ਆਪਾਂ ਕਈ ਵਾਰ ਦੇਖਦੇ ਹਾਂ ਕੁਛ ਬਜ਼ੁਰਗ ਲੋਕ ਜਾਂ ਕੁਛ ਐਸੇ ਲੋਕ ਜੋ ਨਸ਼ਾ ਕਰਦੇ ਜਾਂ ਬੁਰਾ ਜੀਵਨ ਜੀਂਦੇ ਹੋਏ ਉਹ ਮਰ ਜਾਂਦੇ ਨੇ। ਚਾਹੇ ਕੋਈ ਜੂਆ ਖੇਡਦਾ, ਚਾਹੇ ਲੜਾਈ ਝਗੜਾ ਕਰਦਾ, ਚਾਹੇ ਜੋ ਵੀ ਕਰਦਾ ਗਾ, ਅਗਰ ਉਹ ਮਰ ਜਾਂਦਾ ਗਾ ਤਾਂ ਜਦੋਂ ਤੱਕ ਭੋਗ ਪਾਉਂਦੇ ਨੇ ਲੋਕ ਤਾਂ ਉਹਦੀ ਫੋਟੋ ਆਉਂਦੀ ਹੈ, ਫੋਟੋ ਦੇ ਉੱਪਰ ਲਿਖਿਆ ਹੁੰਦਾ ਕਿ ਸਵਰਗਵਾਸੀ ਲਿਖਿਆ ਹੁੰਦਾ ਗਾ।
ਜਦ ਕਿ ਲੋਕਾਂ ਨੂੰ ਪਤਾ ਗਾ ਕਿ ਇਹਦੇ ਕੰਮ ਕਿਹੋ ਜਿਹੇ ਸੀਗੇ, ਲੋਕਾਂ ਨੂੰ ਪਤਾ ਸੀਗਾ ਕਿ ਇਹਦਾ ਜੀਵਨ ਕੈਸਾ ਸੀਗਾ, ਲੇਕਿਨ ਫੋਟੋ ਉੱਪਰ ਕੀ ਲਿਖ ਦਿੰਦੇ ਨੇ? ਸਵਰਗਵਾਸੀ। ਕਦੇ ਨਰਕਵਾਸੀ ਲਿਖਿਆ ਦੇਖਿਆ ਕਦੇ ਆਪਾਂ ਲਿਖਿਆ? ਹਾਂ, ਨਰਕ ਕੋਈ ਪਸੰਦ ਕਰਦਾ ਹੀ ਨਹੀਂ, ਨਰਕ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਲੇਕਿਨ ਅੱਜ ਦੇਖੋ ਅਸੀਂ ਕਿੰਨੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਕਿ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ। ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਔਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਰਗ ਵਿੱਚ ਜਾਵਾਂਗੇ। ਇਹ ਅਸੀਂ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਹਾਂ। ਲੇਕਿਨ ਦੇਖੋ ਅੱਜ ਹਰ ਇੱਕ ਇਨਸਾਨ ਇਹੀ ਸੋਚਦਾ ਗਾ ਕਿ ਮੈਂ ਸਵਰਗ ਜਾਵਾਂ, ਹਰ ਇੱਕ ਇਨਸਾਨ ਇਹੀ ਸੋਚਦਾ ਗਾ ਕਿ ਮੈਂ ਸਵਰਗ ਜਾਵਾਂ ਔਰ ਸਵਰਗ ਦੇ ਵਿੱਚ ਮੇਰੇ ਲਈ ਜਗ੍ਹਾ ਪ੍ਰਭੂ ਯਿਸੂ ਮਸੀਹ ਨੇ ਤਿਆਰ ਕੀਤੀ ਹੋਈ ਹੈ। ਲੇਕਿਨ ਜੋ ਸਵਰਗ ਹੈ, ਇਸ ਧਰਤੀ ਉੱਪਰ ਜਿੰਨੀ ਮਰਜ਼ੀ ਮਤਲਬ ਧਾਰਮਿਕ ਕਿਤਾਬਾਂ ਨੇ, ਧਾਰਮਿਕ ਪੁਸਤਕਾਂ ਨੇ, ਲੇਕਿਨ ਲਿਖਿਆ ਜ਼ਰੂਰ ਹੋਊਗਾ ਕਿ ਸਵਰਗ ਹੈ। ਲੇਕਿਨ ਸਵਰਗ ਕਿਹੋ ਜਿਹਾ ਹੈਗਾ ਉਸ ਨੂੰ ਕੋਈ ਵੀ ਨਹੀਂ ਜਾਣਦਾ। ਕਿਸੇ ਵੀ ਗ੍ਰੰਥ ਦੇ ਵਿੱਚ, ਕਿਸੇ ਵੀ ਕੁਰਾਨ ਸ਼ਰੀਫ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਪੁਸਤਕ ਦੇ ਵਿੱਚ ਇਹ ਨਹੀਂ ਲਿਖਿਆ ਕਿ ਸਵਰਗ ਕੈਸਾ ਹੈਗਾ। ਅਗਰ ਸਵਰਗ ਬਾਰੇ ਜਾਣਨਾ ਹੈਗਾ ਤਾਂ ਉਹਦੇ ਲਈ ਸਾਨੂੰ ਪਵਿੱਤਰ ਬਾਈਬਲ ਪੜ੍ਹਨਾ ਪੈਂਦਾ ਹੈਗਾ। ਅਗਰ ਪਵਿੱਤਰ ਬਾਈਬਲ ਦੇ ਵਿੱਚ ਜੋ ਲਿਖਿਆ ਹੈਗਾ ਉਹਨੂੰ ਸਾਨੂੰ ਸੁਣਨਾ ਪਏਗਾ। ਅਗਰ ਸੁਣਾਂਗੇ ਅਸੀਂ ਫਿਰ ਵਿਸ਼ਵਾਸ ਕਰਦੇ ਹਾਂ। ਜਦੋਂ ਸੁਣ ਕੇ ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਸਾਡੀ ਜੋ ਇੱਛਾ ਹੈਗੀ ਉਹ ਸਵਰਗ ਜਾਣ ਦੀ ਹੋ ਜਾਂਦੀ ਹੈ। ਕਿਉਂਕਿ ਸਵਰਗ ਕੈਸਾ ਹੈਗਾ? ਕੁੰਦਨ ਸੋਨਾ, ਜੋ ਸ਼ੁੱਧ ਸੋਨਾ ਹੈਗਾ ਉਹਦਾ ਸਵਰਗ ਜਾਣਾ ਹੈਗਾ। ਔਰ ਸਵਰਗ ਦੇ ਵਿੱਚ ਕੋਈ ਵੀ ਭੁੱਖ ਨਹੀਂ, ਸਵਰਗ ਦੇ ਵਿੱਚ ਕੋਈ ਗਰੀਬੀ ਨਹੀਂ, ਕੋਈ ਬਿਮਾਰੀ ਨਹੀਂ, ਸਵਰਗ ਦੇ ਵਿੱਚ ਕੋਈ ਵਿਛੋੜਾ ਨਹੀਂ, ਕੋਈ ਮੌਤ ਨਹੀਂ। ਹਾਂ, ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉੱਥੇ ਕੋਈ ਵੀ ਦੁੱਖ ਨਹੀਂ ਹੈ, ਉੱਥੇ ਟੈਨਸ਼ਨ ਨਹੀਂ ਹੈ ਕਿ ਘਰ ਦੇ ਵਿੱਚ ਪਾਸਟਰ ਆ ਕੇ ਰੋਟੀ ਬਣਾਈ ਉਹਨਾਂ ਨੇ। ਹਾਂ, ਉੱਥੇ ਕੋਈ ਵੀ ਇਸੇ ਫਿਕਰ ਨਹੀਂ ਹੈ, ਉੱਥੇ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਹਾਂ, ਉੱਥੇ ਕੀ ਹੈ? ਬਸ ਸਿਰਫ ਆਨੰਦ ਹੀ ਆਨੰਦ ਹੈ। ਤੇ ਕੋਈ ਗੱਲ ਨਹੀਂ, ਖਾਣਾ ਆਪਾਂ ਉੱਥੇ ਜਾ ਕੇ ਸਾਰੇ ਹਾਂ, ਅਗਰ ਆਪਾਂ ਲੇਟ ਫੇਟ ਹੋ ਜਾਣਾ ਕੋਈ ਚੱਕਰ ਨਹੀਂ ਹੈ, ਲੇਕਿਨ ਆਪਣਾ ਜੋ ਧਿਆਨ ਹੈ ਉਹ ਆਪਾਂ ਇੱਥੇ ਬਣਾ ਕੇ ਰੱਖੀਏ, ਇੱਥੇ ਬਣਾ ਕੇ ਰੱਖੀਏ। ਤੇ ਕਿਉਂਕਿ ਜੋ ਸਵਰਗ ਹੈ, ਅਗਰ ਅਸੀਂ ਸਵਰਗ ਵਿੱਚ ਜਾਂਦੇ ਹਾਂ ਤਾਂ ਉੱਥੇ ਸਾਨੂੰ ਕਿਸੇ ਵੀ ਗੱਲ ਦੀ ਕੋਈ ਫਿਕਰ ਨਹੀਂ, ਉੱਥੇ ਸਾਨੂੰ ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ। ਅਗਰ ਸਵਰਗ ਸਾਡੇ ਕੋਲੋਂ ਇੱਕ ਵਾਰ ਨਿਕਲ ਗਿਆ ਹੱਥ ਵਿੱਚੋਂ, ਫਿਰ ਦੁਬਾਰਾ ਕੋਈ ਚਾਂਸ ਨਹੀਂ ਹੈ, ਫਿਰ ਕੋਈ ਵੀ ਦੁਬਾਰਾ ਚਾਂਸ ਨਹੀਂ ਹੈ। ਲੇਕਿਨ ਆਪਾਂ ਗੱਲ ਕਰੀਏ ਤਾਂ ਸਵਰਗ, ਹਾਂ, ਸਵਰਗ ਵਿੱਚ ਜਾਣ ਦੇ ਲਈ ਕੀ ਕਰਨਾ ਪਊਗਾ? ਨਾ ਤਾਂ ਉੱਥੇ ਕੋਈ ਐਸਾ ਜਹਾਜ਼ ਜਾਂਦਾ ਗਾ, ਨਾ ਕੋਈ ਐਸੀ ਸੜਕ ਜਾਂਦੀ ਹੈ, ਔਰ ਨਾ ਹੀ ਕੋਈ ਗੱਡੀ ਹੈ। ਗੱਡੀ ਵੀ ਨਹੀਂ ਜਾਂਦੀ ਕੋਈ ਉੱਥੇ ਕਿ ਆਪਾਂ ਉੱਥੋਂ ਚਲੋ ਟਿਕਟ ਕਟਾ ਲਈਏ, ਚਲੋ ਸਵਰਗ ਚੱਲੀਏ। ਹੁਣ ਕਿੰਨੇ ਲੋਕ ਨੇ ਸਵਰਗ ਜਾਣਾ ਚਾਹੁੰਦੇ ਨੇ? ਸਾਰੇ ਜਾਣੇ। ਤੇ ਕਿੰਨੇ ਲੋਕ ਨੇ ਜੋ ਮਰਨਾ ਚਾਹੁੰਦੇ ਨੇ? ਨਹੀਂ, ਮਰਨਾ ਉਹ ਗੱਲ ਸਹੀ, ਮਰਨਾ ਸਾਰਿਆਂ ਨੇ, ਲੇਕਿਨ ਸਵਰਗ ਜੇ ਜਾਣਾ ਫਿਰ ਕੀ ਕਰਨਾ ਪਊ? ਉਹਦੇ ਤੋਂ ਮਰਨਾ ਪੈਂਦਾ ਹੈਗਾ। ਲੇਕਿਨ ਅੱਜ ਦਾ ਇਨਸਾਨ ਕਿ ਉਹ ਮਰਨਾ ਨਹੀਂ ਚਾਹੁੰਦਾ। ਅੱਜ ਇਨਸਾਨ ਨੂੰ ਮੌਤ ਪਸੰਦ ਨਹੀਂ ਹੈ, ਲੇਕਿਨ ਸਵਰਗ ਚਾਹੀਦਾ ਉਹਨੂੰ, ਹਨਾ? ਇਹੀ ਹੈ ਨਾ, ਜ਼ਿਆਦਾਤਰ ਲੋਕਾਂ ਅਸੀਂ ਸਵਰਗ ਜਾਣਾ ਹੈ। ਅਸੀਂ ਇਸ ਨੂੰ ਤਾਂ ਮੰਨਦੇ ਹਾਂ ਅਸੀਂ ਸਵਰਗ ਜਾਣਾ ਹੈਗਾ, ਲੇਕਿਨ ਸਵਰਗ ਮਿਲਦਾ ਕਦੋਂ ਹੈ? ਕਿ ਜਦੋਂ ਇਨਸਾਨ ਮਰ ਜਾਏ। ਹੁਣ ਦੇਖੋ ਸਾਡੇ ਵਿੱਚ ਕੋਈ ਮਰਨ ਲਈ ਤਿਆਰ ਹੈ? ਅਸੀਂ ਕੀ ਚਾਹੁੰਦੇ ਹਾਂ? ਅਸੀਂ ਭਾਈ 100 ਸਾਲ ਜਿੰਦਾ ਰਹੀਏ। ਹਰ ਇੱਕ ਇਨਸਾਨ ਦੀ ਇਹੀ ਸੋਚ ਹੈ। ਅਗਰ ਕੋਈ ਬਜ਼ੁਰਗ ਇਨਸਾਨ ਹੈ, ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਉਹਦੀਆਂ ਬਾਹਾਂ ਕੰਮ ਨਹੀਂ ਕਰਦੀਆਂ, ਉਹਦੇ ਕੰਨ ਵੀ ਕੰਮ ਨਹੀਂ ਕਰਦੇ, ਉਹਦੀਆਂ ਅੱਖਾਂ ਵੀ ਘੱਟ ਕੰਮ ਕਰਦੀਆਂ ਨੇ, ਉਹਨੂੰ ਪੁੱਛੋ ਬਾਬਾ ਤਾਂ ਮਰਨਾ? ਉਹ ਨਹੀਂ, ਮੈਂ ਤਾਂ ਬਚਣਾ ਹਲੇ, ਮੇਰੇ ਤਾਂ ਇਹ ਡਾਕਟਰ ਕੋਲ ਲੈ ਜਾਓ, ਮੇਰੇ ਤਾਕਤ ਦੇ ਟੀਕੇ ਲਵਾਓ, ਮੈਂ ਮਰਨਾ ਨਹੀਂ ਹਲੇ। ਮਤਲਬ ਹਰ ਇੱਕ ਇਨਸਾਨ ਕੀ ਹੈ? ਸਵਰਗ ਚਾਹੀਦਾ ਉਹਨੂੰ, ਲੇਕਿਨ ਮਰਨਾ ਨਹੀਂ ਚਾਹੁੰਦਾ। ਔਰ ਲਿਖਿਆ ਬਾਈਬਲ ਦੇ ਵਿੱਚ ਕਿ ਸਵਰਗ ਦੇ ਵਿੱਚ ਜ਼ਬੂਰ, ਪੁਰਾਣੇ ਨਿਯਮ ਦੇ ਵਿੱਚ ਜ਼ਬੂਰ ਉਹਦਾ 15 ਅਧਿਆਇ ਜ਼ਬੂਰ 15 ਅਧਿਆਇ ਉਹਦਾ ਪੜਾਂਗੇ ਆਪਾਂ ਸ਼ਾਂਤੀ ਨਾਲ ਪੜਿਓ। ਹਾਂ, ਇੱਕ ਤੋਂ ਪੜੋ। हे यहोवा, तेरे डेरे ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਤੇ ਕੌਣ ਵਸੇਗਾ? ਹੁਣ ਦੇਖੋ ਪਰਮੇਸ਼ਵਰ ਦਾ ਦਾਸ ਹੈ। ਦਾਸ ਮਤਲਬ ਕਿ ਦਾਊਦ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਦਾਊਦ ਇੱਕ ਐਸਾ ਇਨਸਾਨ ਸੀ ਜੋ ਭੇਡਾਂ ਬੱਕਰੀਆਂ ਚਾਰਦਾ ਸੀਗਾ, ਲੇਕਿਨ ਉਹਦਾ ਜੋ ਪੁਰਾਣਾ ਜੀਵਨ ਸੀਗਾ ਪਰਮੇਸ਼ਵਰ ਨੇ ਉਸਨੂੰ ਉੱਥੋਂ ਪਸੰਦ ਕੀਤਾ, ਭੇਡਾਂ ਬੱਕਰੀਆਂ ਚਰਾਉਣ ਤੋਂ ਬਾਹਰ ਕੱਢਿਆ, ਔਰ ਉਹਨੂੰ ਕੀ ਬਣਾਤਾ? ਪਰਮੇਸ਼ਵਰ ਨੇ ਇਜ਼ਰਾਈਲ ਦੇਸ਼ ਦਾ ਰਾਜਾ ਬਣਾ ਦਿੱਤਾ। ਹਾਂ, ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਜਦ ਉਹਨੂੰ ਰਾਜਾ ਬਣਾ ਦਿੱਤਾ, ਉਸ ਤੋਂ ਬਾਅਦ ਜੋ ਦਾਊਦ ਹੈ ਇਹ ਭਜਨ ਲਿਖ ਰਿਹਾ ਹੈਗਾ। ਹਾਂ, ਇਹ ਭਜਨ ਲਿਖ ਰਿਹਾ ਹੈਗਾ। ਇਹ ਸਵਾਲ ਕਰ ਰਿਹਾ ਇੱਕ ਕਿ ਇੱਕ ਵਾਰ ਫਿਰ ਪੜੋ। हे यहोवा, ਤੇਰੇ ਡੇਰੇ ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਤੇ ਕੌਣ ਵਸੇਗਾ? ਹੁਣ ਦੇਖੋ ਇਹ ਸਵਾਲ ਕਰ ਰਿਹਾ ਹੈਗਾ ਪੁਰਾਣੇ ਨਿਯਮ ਦੇ ਵਿੱਚ। ਹਾਂ, ਕਿ हे ਯਹੋਵਾ ਤੇਰੇ ਡੇਰੇ ਵਿੱਚ ਕੌਣ ਟਿਕੇਗਾ, ਮਤਲਬ ਤੇਰੇ ਸਵਰਗ ਵਿੱਚ ਕੌਣ ਆਊਗਾ? ਇਹ ਸਵਾਲ ਕਰ ਰਿਹਾ ਹੈਗਾ।
ਡੇਰਾ ਮਤਲਬ ਕੌਣ? ਕਿ ਜੋ ਸਵਰਗ ਹੈ। ਤੇਰਾ ਜੋ ਪਵਿੱਤਰ ਪਹਾੜ ਹੈ ਉੱਥੇ ਕੌਣ ਵਸੂਗਾ? ਇਹ ਹੁਣ ਖੁਦ ਹੀ ਸਵਾਲ ਕਰ ਰਿਹਾਗਾ। ਹੁਣ ਇਹਦਾ ਕੀ ਹੈ? ਇੱਕ ਸਵਾਲ ਹੈ, ਲੇਕਿਨ ਫਿਰ ਹੀ ਨਾਲ ਇੱਕ ਇਹ ਗੱਲ ਕਰ ਰਿਹਾਗਾ। ਫਿਰ ਪੜੋਗੇ। ਉਹ ਜਿਹੜਾ ਸਿੱਧੀ ਚਾਲ ਚੱਲਦਾ, ਹੂੰ ਨੇਕੀ ਕਰਦਾ ਅਤੇ ਮਨੋਂ ਸੱਚ ਬੋਲਦਾ ਹੈ। ਹੁਣ ਦੇਖੋ, ਇਹ ਪਰਮੇਸ਼ਵਰ ਦਾ ਸਵਾਲ ਤਾਂ ਕਰ ਰਿਹਾਗਾ ਕਿ ਪਰਮੇਸ਼ਵਰ ਐਸਾ ਕਿਹੜਾ ਇਨਸਾਨ ਹੈ ਕਿ ਜਿਹੜਾ ਤੇਰੇ ਸਵਰਗ ਵਿੱਚ ਆ ਜਾਊ? ਐਸਾ ਕਿਹੜਾ ਇਨਸਾਨ ਹੈ ਕਿ ਜਿਹੜਾ ਤੇਰੇ ਪਵਿੱਤਰ ਪਹਾੜ ਦੇ ਵਿੱਚ, ਮਤਲਬ ਤੇਰੇ ਸਵਰਗ ਦੇ ਵਿੱਚ ਵਸੂਗਾ? ਹੁਣ ਖੁਦ ਦੱਸ ਰਿਹਾਗਾ ਇਹੀ। ਹਾਂ, ਇਹ ਪਰਮੇਸ਼ਵਰ ਦਾ ਦਾਸ ਆਤਮਾ ਦੁਆਰਾ ਦੱਸ ਰਿਹਾਗਾ ਕਿ ਉਹ ਇਨਸਾਨ ਹੈ ਜਿਹੜਾ ਕੀ ਕਰਦਾਗਾ? ਸਿੱਧੀ ਚਾਲ ਚੱਲਦਾਗਾ, ਔਰ ਫਿਰ ਜਿਹੜਾ ਨੇਕੀ ਕਰਦਾਗਾ, ਫਿਰ ਮਨੋਂ ਸੱਚ ਬੋਲਦਾਗਾ। ਇਹ ਖੁਦ ਗਲਤ ਕਰ ਰਿਹਾਗਾ। ਫਿਰ ਅੱਗੇ, ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ। ਹੁਣ ਦੇਖੋ, ਪਰਮੇਸ਼ਵਰ ਦਾ ਦਾਸ ਕਹਿੰਦਾਗਾ ਦਾਊਦ ਬਾਦਸ਼ਾਹ ਕਿ ਉਹ ਇਨਸਾਨ ਸਵਰਗ ਵਿੱਚ ਜਾ ਸਕਦਾ ਜਿਹੜਾ ਇਨਸਾਨ ਕਦੇ ਆਪਣੀ ਜੀਵ ਨਾਲ ਚੁਗਲੀ ਨਹੀਂ ਕਰਦਾ। ਤੇ ਫਿਰ ਅੱਗੇ, ਨਾ ਆਪਣੇ ਸਾਥੀ ਦਾ ਬੁਰਾ ਕਰਦਾ। ਨਾ ਆਪਣੇ ਸਾਥੀ ਦਾ ਕਦੇ ਬੁਰਾ ਕਰਦਾਗਾ। ਅਗਰ ਸਵਰਗ ਜਾਣਾਗਾ, ਅੱਜ ਲੋਕ ਕਹਿੰਦੇ ਨੇ ਕਿ ਸਵਰਗ ਜਾਣ ਦੇ ਲਈ ਆਪਣਾ ਘਰ-ਬਾਰ ਛੱਡ ਦਿਓ, ਪਹਾੜਾਂ ਵਿੱਚ ਚਲੇ ਜਾਓ, ਜੰਗਲਾਂ ਵਿੱਚ ਚਲੇ ਜਾਓ, ਤਪੱਸਿਆ ਕਰੋ, ਸੰਨਿਆਸੀ ਬਣ ਜਾਓ, ਮੋਹ ਮਾਇਆ ਛੱਡ ਦਿਓ। ਲੇਕਿਨ ਇਨਸਾਨ ਫਿਰ ਕਿਹੜਾ ਸਵਰਗ ਜਾ ਰਿਹਾਗਾ? ਫਿਰ ਇੱਕ ਲੱਤ ਦੇ ਭਾਰ ਖੜੇ ਹੋ ਜਾਓ, ਰੱਬ ਦੀ ਭਗਤੀ ਕਰੋ। ਲੇਕਿਨ ਇਹ ਪਰਮੇਸ਼ਵਰ ਦਾ ਦਾਸ ਹੈ ਜੋ ਪਵਿੱਤਰ ਆਤਮਾ ਦੇ ਦੁਆਰਾ ਵਚਨ ਨੂੰ ਲਿਖ ਰਿਹਾਗਾ, ਜੋ ਉਸ ਨੂੰ ਪਰਮੇਸ਼ਵਰ ਖੁਦ ਲਿਖਾ ਰਹੇ ਨੇ। ਉਹ ਕੀ ਕਹਿੰਦਾਗਾ ਕਿ ਇਹ ਸਭ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਅਗਰ ਸਵਰਗ ਵਿੱਚ ਜਾਣਾਗਾ ਤਾਂ ਕੀ ਕਰੋ? ਉਹਦੇ ਲਈ ਤੁਸੀਂ ਸਿੱਧੀ ਚਾਲ ਚੱਲੋ, ਨੇਕੀ ਕਰਨੀ ਸ਼ੁਰੂ ਕਰੋ। ਫਿਰ ਉਹਦੇ ਲਈ ਮਨੋਂ ਸੱਚ ਬੋਲੋ ਤੇ ਆਪਣੀ ਜੀਵ ਨੂੰ ਚੁਗਲੀ ਕਰਨ ਤੋਂ ਰੋਕ ਕੇ ਰੱਖੋ। ਫਿਰ ਆਪਣੇ ਸਾਥੀ ਦਾ ਬੁਰਾ ਨਾ ਕਰੋ। ਫਿਰ ਅੱਗੇ, ਅਤੇ ਨਾ ਆਪਣੇ ਗੁਆਂਢੀ ਨੂੰ ਉਲਾਂਭਾ ਦਿੰਦਾ ਹੈ। ਹਾਂ, ਮਤਲਬ ਆਪਣੇ ਗੁਆਂਢੀ ਨਾਲ ਵੀ ਕਿਸੇ ਗੱਲ ਦੀ ਵਿਗਾੜ ਨਾ ਕਰੋ। ਫਿਰ ਅੱਗੇ, ਜਿਹਦੀਆਂ ਅੱਖਾਂ ਵਿੱਚ ਖੋਟਾ ਮਨੁੱਖ ਤੁੱਛ ਹੈ। ਮਤਲਬ ਜਿਹਦੀਆਂ ਅੱਖਾਂ ਦੇ ਵਿੱਚ ਖੋਟਾ ਮਨੁੱਖ ਮਤਲਬ ਕਿਹੜਾ? ਕਿ ਜਿਹੜਾ ਇਨਸਾਨ ਰੱਬ ਨੂੰ ਮਤਲਬ ਪਸੰਦ ਨਹੀਂ ਕਰਦਾ, ਰੱਬ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ। ਹਾਂ, ਜਿਹਦੀਆਂ ਅੱਖਾਂ ਵਿੱਚ ਖੋਟਾ ਮਨੁੱਖ ਤੁੱਛ ਹੈ, ਮਤਲਬ ਐਸੇ ਇਨਸਾਨ ਦੇ ਉਹ ਮਤਲਬ ਵਿਰੋਧ ਦੇ ਵਿੱਚ ਨਹੀਂ, ਉਹਦੇ ਨਾਲ ਉਹ ਸਾਂਝੀ ਵੀ ਨਹੀਂ ਹੈ। ਐਸੇ ਇਨਸਾਨ ਤੋਂ ਉਹ ਇਨਸਾਨ ਕਹਿੰਦਾ ਦੂਰ ਰਹਿੰਦਾਗਾ। ਫਿਰ ਅੱਗੇ, ਪਰ ਯਹੋਵਾ ਤੋਂ ਭੈ ਕਰਨ ਵਾਲਿਆਂ ਦਾ ਆਦਰ ਕਰਦਾ। ਮਤਲਬ ਉਹ ਇਨਸਾਨ ਸਵਰਗ ਵਿੱਚ ਜਾ ਸਕਦਾ ਜਿਹੜਾ ਇਨਸਾਨ ਰੱਬ ਦਾ ਡਰ ਮੰਨਦਾਗਾ, ਔਰ ਉਹ ਇਨਸਾਨ ਉਸੇ ਰੱਬ ਦੇ ਦਾਸ ਦਾ ਕੀ ਕਰਦਾਗਾ? ਆਦਰ ਭਾਵ ਕਰਦਾਗਾ, ਉਹਨੂੰ ਮਾਨ ਸਨਮਾਨ ਦਿੰਦਾਗਾ। ਫਿਰ ਅੱਗੇ, ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹਨੂੰ ਘਾਟਾ ਵੀ ਪਵੇ। ਮਤਲਬ ਉਹ ਇਨਸਾਨ ਸਵਰਗ ਜਾ ਸਕਦਾ ਜਿਹੜਾ ਕੋਈ ਐਸੀ ਗੱਲ ਬੋਲੇ ਔਰ ਉਹਨੂੰ ਚਾਹੇ ਘਾਟਾ ਹੀ ਪੈ ਜਾਏ। ਅਗਰ ਉਹ ਸੱਚਾਈ ਜਾਣ ਚੁੱਕਿਆਗਾ, ਅਗਰ ਉਹ ਮਸੀਹ ਦੇ ਵਿੱਚ ਚੱਲ ਰਿਹਾਗਾ, ਅਗਰ ਉਹਨੂੰ ਘਾਟਾ ਹੀ ਪੈਂਦਾ ਹੋਵੇ, ਲੇਕਿਨ ਅਗਰ ਕੋਈ ਐਸਾ ਕੰਮ ਹੈ ਜੋ ਪਰਮੇਸ਼ਵਰ ਦੇ ਲਈ ਹੈ ਤਾਂ ਫਿਰ ਉਹ ਘਾਟਾ ਵੀ ਚੱਲ ਲੈਂਦਾਗਾ। ਫਿਰ ਅੱਗੇ ਕੀ ਲਿਖੇਗਾ? ਉਹ ਜਿਹੜਾ ਵਿਆਜ ਦੇ ਲਈ ਆਪਣੀ ਚਾਂਦੀ ਨਹੀਂ ਦਿੰਦਾ। ਮਤਲਬ ਉਹ ਇਨਸਾਨ ਸਵਰਗ ਵਿੱਚ ਚਲਾ ਜਾਊਗਾ ਜਿਹੜਾ ਇਨਸਾਨ ਆਪਣਾ ਪੈਸਾ, ਆਪਣਾ ਸੋਨਾ, ਆਪਣਾ ਚਾਂਦੀ ਕਿਸੇ ਦੇ ਕੋਲ ਮਤਲਬ ਵਿਆਜ ਤੇ ਨਹੀਂ ਰੱਖਦਾ। ਅਗਰ ਸਵਰਗ ਵਿੱਚ ਜਾਣਾਗਾ, ਪਰਮੇਸ਼ਵਰ ਸਾਨੂੰ ਇਹ ਗੱਲ ਸਿਖਾ ਰਹੇ ਨੇ। ਫਿਰ ਅੱਗੇ, ਅਤੇ ਨਾ ਨਿਰਦੋਸ਼ ਦੇ ਵਿਰੁੱਧ ਵਾਢੀ ਲੈਂਦਾ ਹੈ। ਹਾਂ, ਨਾ ਨਿਰਦੋਸ਼ ਦੇ ਵਿਰੁੱਧ ਵੱਢੀ ਲੈਂਦਾ ਹੈ, ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਲੈਂਦਾ, ਕਿਸੇ ਵੀ ਤਰ੍ਹਾਂ ਦਾ ਮਤਲਬ ਉਹ 2 ਨੰਬਰ ਦਾ ਕੰਮ ਨਹੀਂ ਕਰਦਾ। ਫਿਰ ਅੱਗੇ, ਜਿਹੜਾ ਇਹ ਕਰਦਾ ਹੈ ਉਹ ਕਦੀ ਵੀ ਨਹੀਂ ਮਤਲਬ ਡੋਲੇਗਾ। ਉਹ ਜਿਹੜਾ ਇਹ ਕੰਮ ਕਰਦਾਗਾ ਉਹ ਇਨਸਾਨ ਕਦੇ ਵੀ ਨਹੀਂ ਘਬਰਾਉਂਦਾ। ਕਿਉਂ? ਉਸਦਾ ਪੂਰਾ ਯਕੀਨ ਹੈ ਕਿ ਮੈਂ ਸਵਰਗ ਵਿੱਚ ਜਾਵਾਂਗਾ। ਉਹ ਇਨਸਾਨ ਪੱਕਾ ਸਵਰਗ ਵਿੱਚ ਜਾ ਸਕਦਾਗਾ। ਸਵਾਲ ਤਾਂ ਖੁਦ ਕੀਤਾ ਕਿ ਪਰਮੇਸ਼ਵਰ ਕਿਹੜਾ ਇਨਸਾਨ ਹੈ? ਕਿਹੜਾ ਇਨਸਾਨ ਜਿਹੜਾ ਤੇਰੇ ਤੰਬੂ ਵਿੱਚ ਵਸੂਗਾ? ਮਤਲਬ ਤੰਬੂ ਮਤਲਬ ਸਵਰਗ ਦੇ ਵਿੱਚ ਚਲਾ ਜਾਏਗਾ। ਕਿਹੜਾ ਇਨਸਾਨ ਹੈ? ਲੇਕਿਨ ਦੇਖੋ, ਇਹ ਸਾਰੀ ਗੱਲ ਦੱਸ ਰਿਹਾਗਾ ਕਿ ਜਿਹੜਾ ਇਨਸਾਨ ਚੁਗਲੀ ਨਹੀਂ ਕਰਦਾ, ਜਿਹੜਾ ਇਨਸਾਨ ਆਪਣੇ ਗੁਆਂਢੀ ਨਾਲ ਵੀ ਵੈਰ ਵਿਰੋਧ ਨਹੀਂ ਕਰਦਾ, ਜਿਹੜਾ ਇਨਸਾਨ ਆਪਣੇ ਸਾਥੀ ਦਾ ਬੁਰਾ ਨਹੀਂ ਕਰਦਾ, ਜਿਹੜਾ ਨੇਕੀ ਕਰਦਾਗਾ, ਜਿਹੜਾ ਸਿੱਧੀ ਚਾਲ ਚੱਲ, ਇਹ ਸਾਰੀਆਂ ਗੱਲਾਂ ਉਹ ਪਰਮੇਸ਼ਵਰ ਦਾ ਦਾਸ ਉੱਥੇ ਦੱਸ ਰਿਹਾਗਾ। ਲੇਕਿਨ ਦੇਖੋ, ਅੱਜ ਜੋ ਇਨਸਾਨ ਹੈ, ਹਾਂ, ਅੱਜ ਇਨਸਾਨ ਮਸੀਹ ਦੇ ਵਿੱਚ ਆ ਤਾਂ ਗਿਆ ਹੈਗਾ, ਲੇਕਿਨ ਅੱਜ ਦੇ ਜੀਵਨ ਦੇ ਵਿੱਚ ਦੇਖੋ, ਇਨਸਾਨ ਦੇ ਜੀਵਨ ਦੇ ਵਿੱਚ ਉਹੀ ਪੁਰਾਣੀਆਂ ਗੱਲਾਂ ਨੇ, ਉਹੀ ਪੁਰਾਣਾ ਸੁਭਾਅ ਹੈਗਾ। ਲੇਕਿਨ ਸੋਚ, ਮੈਂ ਸਵਰਗ ਵਿੱਚ ਜਾਣਾਗਾ। ਇਨਸਾਨ ਪ੍ਰਾਰਥਨਾ ਕਰਦਾਗਾ, ਬੰਦਗੀ ਵੀ ਜਾਂਦਾਗਾ, ਲੇਕਿਨ ਗੜਬੜੀ ਵੀ ਕਰੀ ਜਾਂਦਾਗਾ। ਅੱਜ ਜੋ ਇਨਸਾਨ ਦੀ ਪਹਿਚਾਣ ਹੋਣੀ ਚਾਹੀਦੀ ਹੈ, ਹਾਂ, ਉਹ ਪਹਿਚਾਣ ਸਿਰਫ ਔਰ ਸਿਰਫ ਮਸੀਹ ਤੋਂ ਹੋਣੀ ਚਾਹੀਦੀ ਹੈ ਕਿ ਇਹ ਮਸੀਹ ਦੇ ਲੋਕ ਨੇ। ਮਸੀਹ ਦੇ ਲੋਕ ਝੂਠ ਨਹੀਂ ਬੋਲਦੇ, ਮਸੀਹ ਦੇ ਲੋਕ ਲੜਾਈ ਝਗੜਾ ਨਹੀਂ ਕਰਦੇ, ਮਸੀਹ ਦੇ ਲੋਕ ਨਿੰਦਿਆ ਚੁਗਲੀ ਨਹੀਂ ਕਰਦੇ, ਮਸੀਹ ਦੇ ਲੋਕ ਠੱਗੀ ਚੋਰੀ ਨਹੀਂ ਕਰਦੇ। ਲੇਕਿਨ ਅੱਜ ਦੇ ਜੋ ਮਸੀਹ ਲੋਕ ਨੇ ਉਹਨਾਂ ਦੀ ਪਹਿਚਾਣ ਦੇਖੋ ਕੈਸੀ ਪਹਿਚਾਣ ਹੈ। ਅੱਜ ਉਹ ਸਾਰੇ ਕੰਮ ਕਰ ਰਹੇ ਨੇ। ਲੋਕ ਕਹਿੰਦੇ ਨੇ ਇਹ ਮਸੀਹ ਨੂੰ ਮੰਨਦੇ ਨੇ, ਗਾਲਾਂ ਦੰਦੀਆਂ ਕੱਢਦੇ ਨੇ, ਲੜਾਈ ਝਗੜਾ ਕਰਦੇ ਨੇ, ਫਿਰ ਥਾਣੇ 'ਚ ਚਲੇ ਜਾਂਦੇ ਨੇ, ਫਿਰ ਕੋਰਟ ਕਚਹਿਰੀ ਵੀ ਚਲੇ ਜਾਂਦੇ ਨੇ।
ਮਤਲਬ ਇਹ ਮਸੀਹ ਦੇ ਲੋਕ ਨਹੀਂ ਹੈਗੇ। ਪਰਮੇਸ਼ਵਰ ਦਾ ਵਚਨ ਕੀ ਕਹਿੰਦਾ? ਪਰਮੇਸ਼ਵਰ ਦਾ ਦਾਸ ਕਹਿੰਦਾ ਵੀ ਤੇਰੇ ਸਵਰਗ ਵਿੱਚ ਤਾਂ ਉਹੀ ਜਾਊਗਾ ਜਿਹੜੇ ਇਹ ਸਾਰੇ ਕੰਮ ਨਹੀਂ ਕਰਦਾ, ਜਿਹੜੇ ਇਹ ਸਾਰੇ ਕੰਮ ਨਹੀਂ ਕਰਦਾ। ਹੁਣ ਦੇਖੋ, ਇਨਸਾਨ ਦੀ ਜੋ ਪਹਿਚਾਣ ਹੈ ਉਹ ਕਿੱਥੋਂ ਹੁੰਦੀ ਹੈ? ਉਹਦੇ ਕੰਮ ਤੋਂ ਹੁੰਦੀ ਹੈ। ਹੁਣ ਮੈਂ 2012 ਦੇ ਵਿੱਚ ਮਸੀਹ ਦੇ ਵਿੱਚ ਆਇਆ। ਉਸ ਤੋਂ ਪਹਿਲਾਂ ਮੇਰਾ ਜੋ ਕੰਮ ਸੀਗਾ, ਮੇਰੇ ਲਈ VCR ਸੀ ਔਰ ਮੇਰੇ ਲਈ 2 VCR ਸੀਗੇ। ਮੇਰੇ ਲਈ ਤਕਰੀਬਨ 750-800 ਫਿਲਮਾਂ ਸੀ। ਔਰ ਜਿਹੜੀ ਮੇਰੀ ਪਹਿਚਾਣ ਸੀ, ਉਹ ਮੇਰੀ ਪਹਿਚਾਣ ਮੇਰੇ ਕੰਮ ਤੋਂ ਸੀ। ਕਿਹੜੇ ਕੰਮ ਤੋਂ? ਕਿ ਮੈਂ VCR ਦਾ ਕੰਮ ਕਰਦਾ ਕਿ ਲੋਕ ਮੇਰੇ ਲਈ ਫਿਲਮਾਂ ਲੈਣ ਆਉਂਦੇ ਸੀ, VCR ਲੈਣ ਆਉਂਦੇ ਸੀਗੇ, ਤੇ ਇਹ ਮੇਰੀ ਪਹਿਚਾਣ ਸੀ। ਤੇ ਉਸ ਤੋਂ ਬਾਅਦ ਮੈਂ ਆਪਣੇ ਮੇਰੇ ਕੋਲੇ ਇੱਕ ਹਰਿਆਣਾ ਮਿਲ ਹੈ, ਟੈਕਸਟਾਈਲ ਮਿਲ, ਮੈਂ ਉੱਥੇ ਕੰਮ ਕਰਨ ਲੱਗ ਗਿਆ। ਮੇਰੀ ਪਹਿਚਾਣ ਉੱਥੋਂ ਹੋ ਗਈ। ਹੁਣ 2020 ਚੱਲ ਰਿਹਾ ਹੈਗਾ, ਔਰ ਮੈਂ 2012 ਦੇ ਵਿੱਚ ਜਦ ਮਸੀਹ ਦੇ ਵਿੱਚ ਆਇਆ ਤਾਂ ਮੇਰਾ ਜੋ VCR ਦਾ ਕੰਮ ਸੀਗਾ ਉਹ ਬੰਦ ਕਰਤਾ ਮੈਂ। ਫਿਰ ਜਿਹੜਾ ਮੇਰੀ ਨੌਕਰੀ ਸੀ ਮੇਰੇ ਕੋਲ ਹਰਿਆਣਾ ਮਿਲ ਦੇ ਵਿੱਚ, ਉਹ ਨੌਕਰੀ ਮੈਂ ਛੱਡਤੀ ਮਤਲਬ ਵੈਸੇ ਨਹੀਂ ਛੱਡਤੀ, ਹਾਂ, ਉਹ ਪਰਮੇਸ਼ਵਰ ਦੇ ਕੰਮ ਦੇ ਲਈ ਮੈਨੂੰ ਮਤਲਬ ਅੜਕਾਰ ਆ ਰਹੀ ਸੀ ਮੇਰੇ ਲਈ, ਤਾਂ ਮੈਂ ਨੌਕਰੀ ਛੱਡਤੀ। ਅੱਜ ਦੇਖੋ, ਅੱਜ ਮੇਰੀ ਪਹਿਚਾਣ ਹੀ ਨਹੀਂ ਹੈ। ਅੱਜ ਅਗਰ ਕੋਈ ਮੈਨੂੰ ਪੁੱਛੇ ਵੀ ਤੁਸੀਂ ਕੀ ਕੰਮ ਕਰਦੇ ਹੋ, ਜਾਂ ਕੋਈ ਮੇਰੇ ਬਾਰੇ ਪੁੱਛਿਆ ਕਿ ਭਾਈ ਅਮਰੀਕ ਨੂੰ ਮਿਲਣਾ, ਉਹ ਕੀ ਕਹਿਣਗੇ? ਜਿਹੜਾ ਮਸੀਹ ਨੂੰ ਮੰਨਦਾ ਗਾ, ਜਿਹੜਾ ਪ੍ਰਾਰਥਨਾ ਕਰਦਾ ਗਾ, ਹਾਂ, ਉਹਨਾਂ ਦਾ ਘਰ ਉੱਥੇ ਹੈ। ਇਹ ਪਹਿਚਾਣ ਹੈ ਮੇਰੀ। ਲੇਕਿਨ ਮੇਰੀ ਜਿਹੜੀ ਪਹਿਲੀ ਪਹਿਚਾਣ ਸੀ, ਅੱਜ ਨੂੰ ਲੋਕ ਭੁੱਲ ਚੁੱਕੇ ਨੇ। ਅੱਜ ਨੂੰ ਲੋਕ ਜਾਣਦੇ ਨਹੀਂ ਕਿ ਉਹ VCR ਦਿੰਦਾ ਸੀਗਾ ਜਾਂ ਫਿਲਮਾਂ ਦਿੰਦਾ ਸੀ ਕਿਰਾਏ ਤੇ। ਇੱਦਾਂ ਕੁਛ ਵੀ ਨਹੀਂ। ਮਤਲਬ ਉਹ ਗੱਲ ਕੀ ਹੈ, ਅੱਜ ਉਹ ਸਾਰੀ ਪੁਰਾਣੀਆਂ ਗੱਲਾਂ ਉਹ ਭੁੱਲ ਚੁੱਕੀਆਂ ਨੇ। ਜੋ ਪੁਰਾਣਾ ਮੇਰਾ ਜੀਵਨ ਸੀਗਾ, ਅੱਜ ਲੋਕਾਂ ਨੂੰ ਚੇਤਾ ਨਹੀਂ ਆ। ਲੋਕ ਪੁੱਛਦੇ ਨੇ ਕਿ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀਗੇ, ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ। ਮਤਲਬ ਇਹ ਪਹਿਚਾਣ ਹੋਣੀ ਚਾਹੀਦੀ ਹੈ ਕਿ ਲੋਕ ਜੋ ਸਾਡਾ ਕੰਮ ਹੈ, ਸਾਡਾ ਜੋ ਪੁਰਾਣਾ ਜੀਵਨ ਹੈ, ਉਹ ਲੋਕ ਭੁੱਲ ਜਾਣ। ਪੁਰਾਣਾ ਜੀਵਨ, ਪੁਰਾਣੀਆਂ ਗੱਲਾਂ ਲੋਕ ਸਾਡੀਆਂ ਭੁੱਲ ਜਾਣ। ਲੇਕਿਨ ਹੁੰਦਾ ਕੀ ਹੈ ਕਿ ਮਸੀਹ ਦੇ ਵਿੱਚ ਆ ਗਏ, ਲੇਕਿਨ ਅੱਜ ਵੀ ਕੰਮ ਉਹੀ ਨੇ। ਮੰਨਦੇ ਮਸੀਹ ਨੂੰ ਨੇ, ਪ੍ਰਾਰਥਨਾ ਕਰਦੇ ਨੇ, ਬਾਈਬਲ ਪੜ੍ਹਦੇ ਨੇ, ਸੰਗਤ ਵੀ ਕਰਦੇ ਨੇ, ਲੇਕਿਨ ਕੰਮ ਪੁਰਾਣਾ ਨਜ਼ਰ ਆਉਂਦਾ ਗਾ। ਝੂਠ ਬੋਲਣਾ, ਲੜਾਈ ਝਗੜਾ ਕਰਨਾ, ਗਾਲਾਂ ਕੱਢਣੀਆਂ, ਤੰਬਾਕੂ ਖਾਣਾ, ਆਂਢ ਗੁਆਂਢ ਦੇ ਨਾਲ ਬੈਰ ਵਿਰੋਧ ਰੱਖਣਾ, ਆਏ ਤਾਂ ਮਸੀਹ ਦੇ ਵਿੱਚ, ਲੇਕਿਨ ਪਹਿਚਾਣ ਕਿਹੜੀ? ਪਹਿਚਾਣ ਤਾਂ ਉਹੀ ਹੈ। ਹਾਲੇਲੂਇਆ। ਸਮਝ ਆ ਰਹੀ ਸਾਰਿਆਂ ਨੂੰ? ਹਾਂ, ਪਹਿਚਾਣ ਤਾਂ ਉਹੀ ਹੈ। ਲੇਕਿਨ ਪਰਮੇਸ਼ਵਰ ਦਾ ਦਾਸ ਕਹਿੰਦਾ ਵੀ ਤੇਰੇ ਸਵਰਗ ਵਿੱਚ ਕਿਹੜਾ ਜਾਊਗਾ? ਕੌਣ ਹੈ ਜਿਹੜਾ ਤੇਰੇ ਸਵਰਗ ਵਿੱਚ ਜਾ ਸਕੇ? ਤਾਂ ਉਹ ਪਰਮੇਸ਼ਵਰ ਦਾ ਦਾਸ ਲਿਖ ਕੇ ਦੱਸ ਰਿਹਾ ਹੈਗਾ ਕਿ ਜਿਹੜਾ ਇਹ ਕੰਮ ਕਰਦਾ ਹੈਗਾ, ਉਹ ਨੇਕੀ ਕਰਦਾ ਹੈਗਾ, ਉਹ ਸਿੱਧੀ ਚਾਲ ਚੱਲਦਾ ਹੈਗਾ। ਮਤਲਬ ਉਹ ਕੀ ਹੈ? ਉਹ ਪਰਮੇਸ਼ਵਰ ਦੇ ਰਾਜ ਵਿੱਚ ਜਾਊਗਾ। ਉਹ ਤਾਂ ਪਰਮੇਸ਼ਵਰ ਦੇ ਸਵਰਗ ਵਿੱਚ ਜਾਊਗਾ। ਹਾਂ, ਇਦਾਂ ਨਹੀਂ ਕਿ ਬਾਈਬਲ ਪੜ੍ਹਨ ਵਾਲਾ ਸਵਰਗ ਵਿੱਚ ਜਾਊਗਾ, ਪ੍ਰਾਰਥਨਾ ਕਰਨ ਵਾਲਾ ਸਵਰਗ ਵਿੱਚ ਜਾਊਗਾ। ਲੇਕਿਨ ਕਹਿੰਦਾ ਵੀ ਜਿਹੜੇ ਇਹ ਕੰਮ ਕਰਦਾ ਗਾ, ਹੁਣ ਦੇਖੋ ਕਿੰਨੇ ਲੋਕ ਨੇ ਜਿਹੜੇ ਇਹ ਕੰਮ ਕਰਦੇ ਨੇ, ਕਿੰਨੇ ਲੋਕ ਨੇ ਜੋ ਸਿੱਧੀ ਚਾਲ ਚੱਲਦੇ ਨੇ, ਕਿੰਨੇ ਲੋਕ ਨੇ ਜੋ ਨੇਕੀ ਕਰਦੇ ਨੇ, ਔਰ ਕਿੰਨੇ ਲੋਕ ਨੇ ਜੋ ਆਪਣੇ ਗੁਆਂਢੀ ਨਾਲ ਵੈਰ ਵਿਰੋਧ ਰੱਖਦੇ ਨੇ। ਮਤਲਬ ਵਿੱਚ ਕੰਮ ਐਸੇ ਨੇ ਜਿਹੜੇ ਕੰਮ ਨਹੀਂ ਕਰਨੇ, ਵਿੱਚ ਐਸੇ ਇਹ ਕੰਮ ਨੇ ਜਿਹੜੇ ਕਰਨੇ ਨੇ। ਜਦੋਂ ਆਪਾਂ 15 ਪੜ੍ਹਦੇ ਹਾਂ ਸਾਰਾ ਹੀ, ਉਹਦੇ ਵਿੱਚ ਲਿਖਿਆ ਸਾਰੀ ਗੱਲ ਕਿ ਜਿਹੜਾ ਪਰਮੇਸ਼ਰ ਦੇ ਕੰਮ ਕਰਦਾ ਗਾ, ਉਹੀ ਤੇਰੇ ਤੰਬੂ ਵਿੱਚ ਜਾਊਗਾ, ਉਹੀ ਤੇਰੇ ਸਵਰਗ ਵਿੱਚ ਜਾਊਗਾ। ਇਹ ਤਾਂ ਪੁਰਾਣੇ ਨਿਯਮ ਦੀ ਗੱਲ ਹੈ। ਇਹ ਕੀ ਹੈ? ਇਹ ਤਾਂ ਪੁਰਾਣੇ ਨਿਯਮ ਦੇ ਵਿੱਚ ਲਿਖੀ ਗੱਲ ਹੈ। ਲੇਕਿਨ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇੱਕ ਵਾਰ ਗੱਲ ਕੀਤੀ। ਇੱਕ ਵਾਰ ਇੱਕ ਰਾਤ ਨੂੰ ਇੱਕ ਇਨਸਾਨ ਆਇਆ ਪ੍ਰਭੂ ਯਿਸੂ ਮਸੀਹ ਦੇ ਕੋਲ, ਔਰ ਉਹਦਾ ਨਾਮ ਸੀਗਾ ਨਿਕੋਦੀਮਸ। ਆ ਕੇ ਉਸਨੇ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕੀਤੀ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ, ਔਰ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਇੱਕ ਗੱਲ ਕਹੀ ਕਿ ਜਿਹੜਾ ਕੋਈ ਇਨਸਾਨ ਨਵੇਂ ਸਿਰੇ ਤੋਂ ਪੈਦਾ ਨਹੀਂ ਹੁੰਦਾ, ਹਾਂ, ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਔਰ ਪੜ੍ਹੋ ਮੇਰੇ ਨਾਲ ਯਹੂਨਾ ਦੀ ਅੰਜੀਲ, ਉਹਦਾ 3 ਅਧਿਆਇ, ਉਹਦਾ 5 ਵਚਨ ਪੜ੍ਹੋ। ਯਿਸੂ ਨੇ ਉੱਤਰ ਦਿੱਤਾ, ਨਿਰਸੰਦੇਹ ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ, ਉਹ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਸਾਰੇ ਬੋਲੋ ਹਾਲੇਲੂਇਆ। ਹੁਣ ਜਿਹੜੀ ਪੁਰਾਣੇ ਨਿਯਮ ਦੇ ਵਿੱਚ ਗੱਲ ਕਰ ਰਿਹਾ ਦਾਊਦ ਬਾਦਸ਼ਾਹ, ਪ੍ਰਭੂ ਯਿਸੂ ਮਸੀਹ ਨੇ ਨਵੇਂ ਨਿਯਮ ਦੇ ਵਿੱਚ ਗੱਲ ਕਰਤੀ। ਕੀ ਗੱਲ ਕਰਤੀ? ਕਿ ਮੈਂ ਤੈਨੂੰ ਸੱਚ ਕਹਿਣਾਗਾ। ਕਿਹਨੂੰ ਕਿਹਾ? ਨਿਕੋਦੀਮਸ। ਇਹ ਕੋਈ ਇਨਸਾਨ ਸੀਗਾ ਜਿਹੜਾ ਲੋਕਾਂ ਨੂੰ ਸਿਖਾਉਂਦਾ ਸੀਗਾ, ਲੋਕਾਂ ਨੂੰ ਪਰਮੇਸ਼ਵਰ ਦੇ ਬਾਰੇ ਦੱਸਦਾ ਸੀਗਾ। ਉਹ ਇਨਸਾਨ ਰਾਤ ਵੇਲੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ, ਆ ਕੇ ਪ੍ਰਭੂ ਦੀ ਮਹਿਮਾ ਕੀਤੀ, ਪ੍ਰਭੂ ਦੀ ਵਡਿਆਈ ਕੀਤੀ, ਔਰ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਇੱਕ ਗੱਲ ਕਹੀ ਕਿ ਮੈਂ ਤੈਨੂੰ ਸੱਚ ਕਹਿਣਾਗਾ, ਸੱਚ ਕਹਿਣਾਗਾ ਕਿ ਜਿਹੜਾ ਕੋਈ ਜਲ ਤੋਂ, ਆਤਮਾ ਤੋਂ ਨਾ ਜੰਮੇ, ਉਹ ਪਰਮੇਸ਼ਵਰ ਦੇ ਰਾਜ ਵਿੱਚ
ਨਹੀਂ ਜਾਊਗਾ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਕੀ ਗੱਲ ਕਰਦੇ ਨੇ? ਬਪਤਿਸਮੇ ਦੀ ਗੱਲ ਕਰਦੇ ਨੇ, ਨਵੇਂ ਜੀਵਨ ਦੀ ਗੱਲ ਕਰਦੇ ਨੇ। ਹਾਂ, ਪ੍ਰਭੂ ਯਿਸੂ ਮਸੀਹ ਮੈਂ ਕਹਿਣ ਨਹੀਂ ਲੱਗੀ ਸੀ ਚਾਚੇ। ਪ੍ਰਭੂ ਯਿਸੂ ਮਸੀਹ ਕਿਹੜੀ ਗੱਲ ਕਰਦੇ ਨੇ? ਨਵੇਂ ਜਨਮ ਦੀ ਗੱਲ ਕਰਦੇ ਨੇ। ਹੁਣ ਦੇਖੋ, ਇਸ ਧਰਤੀ ਦੇ ਉੱਪਰ ਇਨਸਾਨ ਦਾ ਜਨਮ ਕਿੰਨੀ ਵਾਰ ਹੈ? ਇੱਕ ਵਾਰ ਜਨਮ ਤੇ ਮੌਤ। ਇਹ ਆਪਾਂ ਲੋਕ ਕਹਿੰਦੇ ਆ ਕਿ ਮੌਤ ਇੱਕ ਵਾਰ ਹੈ, ਲੇਕਿਨ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਮੌਤ 2 ਵਾਰ ਹੈ। ਜਿੱਥੇ ਬਾਈਬਲ ਦੇ ਵਿੱਚ ਮੌਤ ਸ਼ਬਦ ਆਉਂਦਾ ਗਾ, ਇੱਕ ਤਾਂ ਇਨਸਾਨ ਨੇ ਸਰੀਰ ਦੇ ਵਿੱਚ ਮਰਨਾ ਹੀ ਮਰਨਾ ਗਾ, ਇੱਕ ਉਸ ਤੋਂ ਬਾਅਦ ਜਦੋਂ ਦਾ ਨਿਆਂ ਹੋਣਾ ਗਾ, ਔਰ ਨਿਆਂ ਹੋਣ ਤੋਂ ਬਾਅਦ ਇੱਕ ਜਿਹੜੀ ਨਰਕ ਦੀ ਅੱਗ ਹੈ, ਉਹਨੂੰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕੀ ਹੈ? ਉਹ ਦੂਈ ਮੌਤ ਹੈ। ਉਹ ਕੀ ਹੈ? ਉਹ ਦੂਈ ਮੌਤ ਹੈ। ਹੁਣ ਦੇਖੋ, ਇਨਸਾਨ ਦਾ ਜਨਮ ਇੱਕ ਵਾਰ ਔਰ ਮੌਤ 2 ਵਾਰ, ਲੇਕਿਨ ਜ਼ਿਆਦਾਤਰ ਲੋਕਾਂ ਨੂੰ ਇੱਕ ਹੀ ਮੌਤ ਯਾਦ ਹੈ, ਜਿਹੜੀ ਇਹ ਸਰੀਰ ਦੀ ਹੈ। ਉਸ ਤੋਂ ਬਾਅਦ ਜਿਹੜੀ ਆਤਮਾ ਗਈ, ਉਹਦੇ ਲਈ ਲਿਖਿਆ ਗਿਆ ਬਾਈਬਲ ਦੇ ਵਿੱਚ ਕਿ ਇਹ ਦੂਈ ਮੌਤ ਹੈ। ਔਰ ਉਹ ਕੀ ਹੈ? ਉਹ ਨਰਕ ਦੀ ਅੱਗ ਹੈ। ਉੱਥੇ ਕੀ ਹੈ? ਸਿਰਫ ਔਰ ਸਿਰਫ ਅੱਗ ਹੈ। ਔਰ ਉਹਦੇ ਵਿੱਚ ਕੀ ਹੈ? ਇਨਸਾਨ ਦਾ ਆਤਮਾ ਚਲਾ ਗਿਆ, ਉੱਥੋਂ ਨਿਕਲਣਾ ਨਹੀਂ ਉਹਨੇ, ਉੱਥੋਂ ਨੇ ਨਿਕਲਣਾ ਨਹੀਂ ਹੈ। ਲੇਕਿਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਕੀ ਕਹਿਣਾ ਚਾਹੁੰਦੇ ਨੇ? ਇੱਕ ਵਾਰ ਫਿਰ ਪੜੋ ਮੇਰੇ ਨਾਲ, 3:5। ਯਿਸੂ ਨੇ ਉੱਤਰ ਦਿੱਤਾ, ਨਿਰਸੰਦੇਹ ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ। ਹਾਂ, ਇੱਥੇ ਪ੍ਰਭੂ ਯਿਸੂ ਕਹਿੰਦਾ, ਤੈਨੂੰ ਸੱਚ ਕਹਿਣਾਗਾ ਕਿ ਜੋ ਕੋਈ ਮਨੁੱਖ, ਜਿਹੜਾ ਆਦਮੀ ਜਲ ਤੋਂ ਤੇ ਪਵਿੱਤਰ ਆਤਮਾ ਤੋਂ ਪੈਦਾ ਨਾ ਹੋਵੇ, ਕੀ ਫਿਰ ਅੱਗੇ? ਉਹ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਉਹ ਸਕਦਾ। ਪਰਮੇਸ਼ਵਰ ਦੇ ਰਾਜ ਦੇ ਵਿੱਚ, ਮਤਲਬ ਸਵਰਗ ਦੇ ਵਿੱਚ ਜਾ ਹੀ ਨਹੀਂ ਸਕਦਾ। ਦਾਊਦ ਬਾਦਸ਼ਾਹ ਕੀ ਲਿਖਦਾਗਾ ਕਿ ਪਰਮੇਸ਼ਵਰ ਤੇਰੇ ਤੰਬੂ ਵਿੱਚ ਕੌਣ ਬਸੂਗਾ? ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਅਗਰ ਸਵਰਗ ਦੇ ਵਿੱਚ ਜਾਣਾਗਾ, ਤਾਂ ਕੀ ਕਰਨਾ ਪਏਗਾ? ਤੁਹਾਨੂੰ ਬਪਤਿਸਮਾ ਲੈਣਾ ਪਏਗਾ, ਨਵੇਂ ਸਿਰੇ ਤੋਂ ਤੁਹਾਨੂੰ ਜਨਮ ਲੈਣਾ ਪਏਗਾ। ਔਰ ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਵਿੱਚ ਨਵੇਂ ਸਿਰੇ ਤੋਂ ਜਨਮ ਲੈਂਦਾਗਾ, ਉਹਦਾ ਕੀ ਹੈ? ਇੱਕ ਵਾਰ ਜਨਮ ਹੈ ਤੇ ਫਿਰ ਮੌਤ। ਉਹਦੇ ਲਈ ਮੌਤ ਨਹੀਂ ਹੈ, ਉਹਦੇ ਲਈ ਕੋਈ ਵੀ ਮੌਤ ਨਹੀਂ ਹੈ। ਜਿਹੜਾ ਕੋਈ ਇਨਸਾਨ ਵਚਨ ਦੇ ਅਨੁਸਾਰ ਬਪਤਿਸਮਾ ਲੈਂਦਾਗਾ, ਮਤਲਬ ਨਵੇਂ ਜੀਵਨ ਦੇ ਵਿੱਚ ਆ ਜਾਂਦਾਗਾ। ਔਰ ਜਿਹੜਾ ਇਨਸਾਨ ਨਵੇਂ ਜੀਵਨ ਦੇ ਵਿੱਚ ਆ ਜਾਂਦਾਗਾ, ਉਹਦੇ ਲਈ ਬਾਈਬਲ ਦੇ ਵਿੱਚ ਲਿਖਿਆਗਾ, ਪੜੋ ਕੁਲਸੀਆ ਉਹਦਾ 3 ਅਧਿਆਏ, ਉਹਦਾ 9 ਵਚਨ। ਇੱਕ ਦੂਏ ਨਾਲ ਝੂਠ ਨਾ ਮਾਰੋ, ਹੂੰ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾਹ ਸੁੱਟਿਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਮਿਲੇ ਨਹੀਂ? ਚਲੋ ਕੋਈ ਬਾਤ ਨਹੀਂ, ਹਾਂ ਚਲੋ ਕੋਈ ਬਾਤ ਨਹੀਂ ਮਿਲਿਆ, ਕੋਈ ਗੱਲ ਨਹੀਂ। ਕੁਲਸੀਆ ਉਹਦਾ 3 ਅਧਿਆਏ, ਉਹਦਾ ਹਾਂ, ਉਹਦਾ 3 ਅਧਿਆਏ, ਉਹਦਾ 9 ਵਚਨ। ਇੱਕ ਵਾਰ ਫਿਰ ਪੜੋ। ਇੱਕ ਦੂਏ ਨਾਲ ਝੂਠ ਨਾ ਮਾਰੋ। ਹੁਣ ਦੇਖੋ, ਪਰਮੇਸ਼ਰ ਦਾ ਵਚਨ ਦੱਸਦਾ ਵੀ ਇੱਕ ਦੂਜੇ ਨਾਲ ਝੂਠ ਨਾ ਮਾਰੋ। ਫਿਰ ਅੱਗੇ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾਹ ਸੁੱਟਿਆ। ਮਤਲਬ ਜਿਹੜੀ ਪੁਰਾਣੀ ਇਨਸਾਨੀਅਤ ਹੈ, ਪੁਰਾਣੀ ਇਨਸਾਨੀਅਤ ਮਤਲਬ ਪੁਰਾਣਾ ਸੁਭਾਅ, ਪੁਰਾਣਾ ਜੀਵਨ, ਹਾਂ, ਰੀਤੀ ਰਿਵਾਜ, ਪਰੰਪਰਾਵਾਂ, ਇਹ ਕੀ ਨੇ? ਇਨਸਾਨ ਨੇ ਲਾ ਦਿੱਤੀਆਂ ਨੇ। ਹਾਂ, ਫਿਰ ਕੀ ਲਿਖਿਆ ਅੱਗੇ? ਅਤੇ ਨਵੀਂ ਨੂੰ ਪਹਿਨ ਲਿਆ। ਨਵੀਂ ਨੂੰ ਪਹਿਨ ਲਿਆਗਾ। ਅਗਰ ਇਨਸਾਨ ਨਵਾਂ ਕਦ ਪਹਿਨਦਾਗਾ? ਜਦੋਂ ਪੁਰਾਣਾ ਲਾਊਗਾ ਜੀ। ਜਦੋਂ ਪੁਰਾਣਾ ਲਾਊਗਾ। ਹੁਣ ਤੁਸੀਂ ਵਿਆਹ ਸ਼ਾਦੀ ਦੇਖ ਕੇ ਆਏ ਹੋ 15-20 ਦਿਨ ਪਹਿਲਾਂ, ਹਨਾ? ਆਪਾਂ ਸਾਰੇ ਲੋਕ ਦੇਖਦੇ ਹੀ ਆ। ਅਸੀਂ ਨਵੇਂ ਕੱਪੜੇ ਕਦ ਪਾਉਂਦੇ ਆ? ਕਿ ਜਦੋਂ ਅਸੀਂ ਪੁਰਾਣੇ ਕੱਢ ਦਿੰਦੇ ਆ। ਇਨਸਾਨ ਕੋਈ ਵੀ ਹੈ, ਇਨਸਾਨ ਚਾਹੇ ਕੋਈ ਵੀ ਹੈ, ਉਹ ਨਵਾਂ ਉਦੋਂ ਹੀ ਪਹਿਨਦਾਗਾ ਜਦ ਪੁਰਾਣਾ ਕੱਢਿਆ ਹੋਵੇ ਉਸਨੇ। ਕਦੇ ਦੇਖਿਆ ਕੋਈ ਬੰਦਾ ਜਿਹਦੇ ਕੱਪੜੇ ਗੰਦੇ ਮੰਦੇ ਹੋਣ, ਖਰਾਬ ਹੋਣ, ਥੱਲੇ ਉਹ ਹੋਣ ਤੇ ਉੱਪਰ ਨਵੇਂ ਪਾਏ ਹੋਣ? ਹੈ ਕੋਈ ਐਸਾ? ਐਸਾ ਕੋਈ ਵੀ ਨਹੀਂ ਹੈ। ਇਨਸਾਨ ਨਵਾਂ ਉਦੋਂ ਪਾਉਂਦਾਗਾ ਜਦ ਉਸਨੇ ਪੁਰਾਣਾ ਕੱਢਿਆ ਹੁੰਦਾਗਾ। ਔਰ ਬਾਈਬਲ ਵਿੱਚ ਵੀ ਇਹੀ ਗੱਲ ਲਿਖੀ ਹੋਈ ਹੈ। ਪਰ ਫਿਰ ਪੜੋ 9। ਇੱਕ ਦੂਏ ਨਾਲ ਝੂਠ ਨਾ ਮਾਰੋ। ਮਤਲਬ ਇੱਕ ਦੂਜੇ ਨਾਲ ਝੂਠ ਨਾ ਮਾਰੋ। ਫਿਰ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾਹ ਸੁੱਟਿਆ। ਮਤਲਬ ਪੁਰਾਣੀ ਇਨਸਾਨੀਅਤ ਉਹਦੇ ਕੰਮਾਂ ਦੇ ਅਨੁਸਾਰ ਕਰਕੇ, ਉਹਦੇ ਕੰਮਾਂ ਦੇ ਅਨੁਸਾਰ ਉਹਨੂੰ ਲਾਹ ਸੁੱਟਿਆਗਾ। ਮਤਲਬ ਜਿਹੜਾ ਪੁਰਾਣਾ ਜੀਵਨ ਸੀਗਾ, ਪੁਰਾਣਾ ਸੁਭਾਅ ਸੀਗਾ, ਹਾਂ, ਪੁਰਾਣੀਆਂ ਰੀਤੀ ਰਿਵਾਜਾਂ ਸੀ, ਪੁਰਾਣੀਆਂ ਪਰੰਪਰਾਵਾਂ ਸੀਗੀਆਂ, ਉਹਨਾਂ ਨੂੰ ਕੀ ਇਨਸਾਨ ਨੇ ਲਾਹ ਦਿੱਤਾਗਾ। ਇਹ ਕਦੋਂ ਲਾਇਆ ਇਨਸਾਨ ਨੇ? ਜਦੋਂ ਨਵੇਂ ਜੀਵਨ ਦੇ ਵਿੱਚ ਆਇਆਗਾ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਅਗਰ ਤੈਂ ਸਵਰਗ ਦੇ ਵਿੱਚ ਆਉਣਾਗਾ ਤਾਂ ਕੀ ਇਹਨੂੰ ਜਲ ਤੋਂ, ਮਤਲਬ ਪਾਣੀ ਤੋਂ, ਫਿਰ ਪਵਿੱਤਰ ਆਤਮਾ ਤੋਂ ਤੈਨੂੰ ਪੈਦਾ ਹੋਣਾ ਪਊਗਾ। ਫਿਰ ਤੇਰਾ ਕੀ ਹੈ?
फिर तेरा नवा जन्म है। अगर नवा जन्म इंसान ने पाना गा, मतलब अगर इंसान ने नवा जन्म पाना गा, तो उन्हें करना पेगा, पुराना जन्म छड्डना पਊਗਾ। पुराने जन्म के इंसान की करता सीगा, पुराने जीवन के गालां कड्ढदा, झूठ बोलदा, नशा करदा गा, लड़ाई झगड़ा करदा गा, तंबाकू खांदा गा, शराबा, सारे बुरे काम करदा हो। और जो नवे दे विच आ गया, फिर पुराने काम सारे काम बंद। समझ आ रही है नहीं, है ना? फिर सारे काम की पुराने बंद। ਇਹਦਾ मतलब कि ਅਸੀਂ ਪੁਰਾਣੇ ਲਾ ਦਿੱਤੇ, ਫਿਰ ਨਵੇਂ ਪਾਉਣ ਦਾ ਫਾਇਦਾ ਹੈ। ਜੇ ਪੁਰਾਣੇ ਦੇ ਉੱਪਰ ਨਵੇਂ ਪਾ ਲਓ, ਬਦਬੂ ਤਾਂ ਫਿਰ ਵੀ ਆਊਗੀ, ਸਮੈਲ ਤਾਂ ਫਿਰ ਵੀ ਆਊਗੀ। ਸਮੈਲ ਕਿਹਨੂੰ ਆਊਗੀ? ਚਾਹੇ ਉਹ ਜਿਸ ਨੇ ਪਾਇਆ ਉਹਨੂੰ ਨਾ ਆਵੇ, ਲੇਕਿਨ ਜਿਹੜਾ ਕੋਲ ਬੈਠਾ ਉਹ ਹਾਂ, ਉਹ ਕਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਕੋਲ ਸਮੈਲ ਆ ਰਹੀ ਹੈ। ਹੁਣ ਗਰਮੀ ਦਾ ਮੌਸਮ ਆਉਣ ਵਾਲਾ ਹੈਗਾ, ਇਨਸਾਨ ਕੋਈ ਨਹੀਂ ਮੈਂ ਦੇਖਿਆ ਅਜੇ ਤੱਕ ਜਿਹੜਾ ਕਹਿੰਦਾ ਮੈਨੂੰ ਬਦਬੂ ਆ ਰਹੀ ਹੈ, ਉਹ ਦੂਜਾ ਦੱਸਦਾ ਵੀ ਤੇਰੇ ਕੋਲ ਆ ਰਹੀ ਬਦਬੂ ਯਾਰ, ਤੂੰ ਨਾ ਨਹੀਂ ਅੱਜ ਹੈ। ਹੁਣ ਜਿਹੜਾ ਇਨਸਾਨ ਬਰੋਸ਼ ਨਹੀਂ ਕਰਦਾ, ਉਹਨੂੰ ਕਿੱਥੇ ਪਤਾ ਚੱਲਦਾ ਵੀ ਮੇਰੇ ਮੂੰਹ ਤੋਂ ਬਦਬੂ ਆ ਰਹੀ ਹੈ? ਪਤਾ ਕੌਣ ਕਹਿੰਦਾ? ਉਹ ਦੂਜਾ ਕਹਿੰਦਾ ਤੇਰੇ ਮੂੰਹ ਤੋਂ ਬਦਬੂ ਆ ਰਹੀ ਹੈ। ਇਹਦਾ ਮਤਲਬ ਕਿ ਸਾਰੇ ਬੋਲੋ ਹਾਲੇਲੂਇਆ। ਪਤਾ ਕੌਣ ਚੱਲਦਾ ਹੈ ਕਿ ਜਦ ਕੋਈ ਦੂਜਾ ਇਨਸਾਨ ਦੱਸੇ, ਲੇਕਿਨ ਜਦ ਕੋਈ ਪੁਰਾਣੀ ਚੀਜ਼ ਹੋਵੇ ਫਿਰ ਪਤਾ ਚੱਲਦਾ ਨਾ कि कुछ थल्ले पाया होगा जी तो बदबू आ रही है। ऊपर चाहे जैसा मर्जी साफ सुथरा गा, लेकिन जे अंदर कुछ है, थल्ले कुछ पुराना है, फिर वो तो पहले कढ़ना पऊगा। वो कढ़ के फिर नहा के पाओ। और प्रभु यीशु मसीह यही कहते हैं भी जिन्ना चिर इंसान नवे सिरे तो पैदा नहीं होता, नवा जन्म नहीं पाਉਂਦਾ, उन्ना चिर वो स्वर्ग ਵਿੱਚ नहीं जा सकता। और ਇੱਥੇ ਕੀ ਲਿਖੇਗਾ ਕਿ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਕਰਕੇ, ਹਾਂ ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਲਾ ਸੁੱਟਿਆਗਾ। ਫਿਰ ਅੱਗੇ ਕੀ ਲਿਖਿਆ ਜੀ 10 ਵਿੱਚ? ਅਤੇ ਨਵੀਂ ਨੂੰ ਪਹਿਨ ਲਿਆ। ਫਿਰ ਨਵੀਂ ਨੂੰ ਪਹਿਨ ਲਿਆਗਾ, मतलब अगर नवा जन्म पायागा, अगर नवा जीवन पायागा, तो ਇਹਦਾ मतलब ਕੀ ਹੈ? ਪਹਿਲਾਂ ਪੁਰਾਣਾ ਕੱਢਣਾ ਪਊਗਾ। अगर ਪੁਰਾਣਾ ਨਹੀਂ ਨਿਕਲਿਆ, ਇਹਦਾ मतलब ਨਵਾਂ ਪਹਿਨਿਆ ਹੀ ਨਹੀਂ। ਇਹਦਾ मतलब ਇਹੀ ਹੋ ਸਕਦਾ ਹੈ अगर ਅੱਜ ਵੀ ਝੂਠ ਹੈ, ਅੱਜ ਵੀ ਲੜਾਈ ਝਗੜਾ ਹੈਗਾ, ਅੱਜ ਵੀ ਨਿੰਦਿਆ ਵੀ ਚੁਗਲੀ ਹੈ, ਉਹ ਸਾਰੇ ਬੁਰੇ ਕੰਮ ਨੇ। ਅੱਜ ਵੀ ਡੀਜੇ ਦੇ ਉੱਪਰ ਜਾ ਕੇ ਨਾਚ ਰੰਗ ਹੈ, ਮੇਰਾ ਮਾਸਰਮਾ ਨਾਰਾਜ਼ ਹੋ ਜੇ, ਮੇਰੀ ਨਾਨੀ ਨਾਰਾਜ਼ ਨਾ ਹੋ ਜੇ, ਮੇਰਾ ਮਾਮਾ ਨਾਰਾਜ਼ ਨਾ ਹੋ ਜੇ, ਅੱਜ ਵੀ ਨਾ ਲੋਕਾਂ ਨੂੰ ਖੁਸ਼ ਕਰ ਰਹੇ ਆ। ਇਹ ਇਨਸਾਨ ਕਦੋਂ ਕਰਦਾ ਗਾ? ਇਹਦਾ ਪੁਰਾਣੇ ਜੀਵਨ ਦੇ ਵਿੱਚ ਕਰਦਾ ਗਾ, ਪੁਰਾਣੇ ਸੁਭਾਅ ਦੇ ਵਿੱਚ ਕਰਦਾ ਗਾ। ਲੇਕਿਨ ਨਵੇਂ ਦੇ ਵਿੱਚ ਕੋਈ ਨਾਰਾਜ਼ ਹੋਵੇ ਚਾਹੇ ਨਾ ਹੋਵੇ, ਲੇਕਿਨ ਮੇਰਾ ਪ੍ਰਭੂ ਯਿਸੂ ਮਸੀਹ ਨਾਰਾਜ਼ ਨਹੀਂ ਹੋਣਾ ਚਾਹੀਦਾ। ਨਵੇਂ ਦੇ ਵਿੱਚ ਇਦਾਂ ਗਾ। ਹੁਣ ਪ੍ਰਭੂ ਯਿਸੂ ਮਸੀਹ ਨਾਰਾਜ਼ ਹੋ ਜੇ, ਪਾਸਟਰ ਨਾਰਾਜ਼ ਨਾ ਹੋਣ, ਇਹ ਗੜਬੜੀ ਹੈ। ਪ੍ਰਭੂ ਯਿਸੂ ਮਸੀਹ ਜਿਵੇਂ ਆਇਆ ਐਵੇਂ ਚਲਾ ਜਾਏ, ਪਾਸਟਰ ਭੁੱਖ ਨਾ ਚਲੇ ਜਾਣਾ, ਇਹ ਵੀ ਨਹੀਂ ਹੋਣਾ ਚਾਹੀਦਾ। ਹਾਂ, ਕਿਉਂਕਿ ਆਪਾਂ ਬੁਲਾਇਆ ਕਿਉਂ ਰੱਬ ਦੇ ਦਾਸ ਨੂੰ ਘਰੇ? ਆਪਾਂ ਕੁਝ ਸਿੱਖਣ ਦੇ ਲਈ ਬੁਲਾਇਆ ਗਾ, ਹਾਂ, ਖਾਣ ਦੇ ਲਈ ਨਹੀਂ। ਖਾਣ ਦਾ ਪਾਸਟਰ ਆਪਣੇ ਘਰੇ ਵੀ ਖਾਂਦੇ ਨੇ, ਉਹਦੇ ਕੋਈ ਗੱਲ 10-15 ਮਿੰਟ ਲੇਟ ਵੀ ਖਾ ਲਾਂਗੇ, ਕੋਈ ਵੱਡੀ ਗੱਲ ਵੀ ਨਹੀਂ ਹੈ। ਆਪਾਂ ਕਿਹੜਾ ਦੂਜਾ ਘਰ ਹੈ, ਆਪਣਾ ਪਰਿਵਾਰ ਹੈ ਸਾਰਾ। ਕਹਿਣ ਦਾ ਮਤਲਬ ਕਿ ਅਸੀਂ ਕੀ ਹੈ? ਪੁਰਾਣੀ ਚੀਜ਼ਾਂ ਨੂੰ ਨਾ ਸੁੱਟਿਆ ਕਰ। ਇੱਕ ਵਾਰ ਫਿਰ ਪੜੋ 10 ਨੂੰ। ਅਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ ਹੈ। मतलब पुरानी ला के नवी ਨੂੰ ਪਾਇਆਗਾ, ਜੋ ਆਪਣੇ पूर्ण ज्ञान ਲਈ अपने करतार ਦੇ ਸਰੂਪ, मतलब परमेश्वर ਦੇ ਸਰੂਪ जैसे बनते ਜਾਂਦੇ ਆ। लेकिन कद होगा कि जब पुराना ਕੱਢਿਆ ਹੋਊਗਾ, ਨਵਾਂ ਪਾਇਆ ਹੋਊਗਾ। लेकिन ਅੱਜ ਹੁੰਦਾ ਕੀ ਹੈ ਕਿ ਇਨਸਾਨ ਪੁਰਾਣਾ ਵੀ ਪਹਿਨ ਕੇ ਰੱਖਦਾ ਗਾ ਤੇ ਨਵਾਂ ਵੀ ਪਹਿਨ ਕੇ ਰੱਖਦਾ ਗਾ। ਪੁਰਾਣਾ ਵੀ ਹੈਗਾ, ਪੁਰਾਣਾ ਜੀਵਨ ਵੀ ਹੈਗਾ, ਪੁਰਾਣਾ ਸੁਭਾਅ ਵੀ ਹੈਗਾ, ਤੇ ਨਵਾਂ ਵੀ ਦੱਸ ਦਿੰਦੇ ਨੇ। ਨਵਾਂ ਕਦੋਂ ਦੱਸ ਦਿੰਦੇ? ਜਦੋਂ ਇਨਸਾਨ ਬੰਦਗੀ 'ਚ ਬਹਿ ਜਾਂਦਾ ਗਾ, ਫਿਰ ਲੱਗਦਾ ਮੇਰੇ ਵਰਗਾ ਪਵਿੱਤਰ ਕੋਈ ਹੈ ਹੀ ਨਹੀਂ। ਫਿਰ ਤਾਂ ਲੱਗਦਾ ਵੀ ਮੇਰੇ ਵਰਗਾ ਕੋਈ ਪਵਿੱਤਰ ਹੈ ਹੀ ਨਹੀਂ, ਪਾਸਟਰ ਵੀ ਪਵਿੱਤਰ ਨਹੀਂ ਹੈ, ਮੈਂ ਹੀ ਬੜਾ ਪਵਿੱਤਰ ਹਾਂ। ਯਿਸੂ ਮਸੀਹ ਹੁਣ ਅੱਜ ਨਾ ਹੋਰ ਕੋਈ ਜਾਵੇ ਚਾਹੇ ਨਾ ਜਾਵੇ, ਮੈਂ ਤਾਂ ਪੱਕਾ ਜਾਣ ਵਾਲਾ ਹੈਗਾ। ਫਿਰ ਇੰਨਾ ਪਵਿੱਤਰ ਲੱਗਦਾ ਇਨਸਾਨ ਨੂੰ। ਤੇ ਜਦੋਂ ਬੰਦਗੀ ਸਮਾਪਤ ਹੋਵੇ ਤੇ ਘਰੇ ਆ ਜੇ ਤੇ ਗੁਆਂਢੀ ਉਹ ਨਾਲੀ ਵਿੱਚੋਂ ਗੰਦ ਕੱਢ ਕੇ ਗੇਟ ਦੇ ਕੋਲ ਛੱਡ ਜਾਣਾ, ਫਿਰ ਪਤਾ ਚੱਲਦਾ ਹੈਗਾ ਕਿ ਕੌਣ ਪਵਿੱਤਰ ਹੈ। ਫਿਰ ਪਤਾ ਚੱਲਦਾ ਨਾ, ਉਹ ਕੂੜਾ ਇਕੱਠਾ ਕਰਕੇ ਗਲੀ 'ਚ ਰੱਖ ਦੇਣ, ਘਰ ਦੇ ਸਾਹਮਣੇ ਰੱਖ ਦੇਣਾ, ਫਿਰ ਕੀ ਹੈ? ਫਿਰ ਡਾਂਗਾ ਕੱਢ ਲੈਂਦੇ ਨੇ। ਏਦਾਂ ਕਿੱਦਾਂ ਕਰਦੇ ਤੁਸੀਂ? ਤੁਹਾਨੂੰ ਪਤਾ ਨਹੀਂ ਅਸੀਂ ਯਿਸੂ ਮਸੀਹ ਨੂੰ ਮੰਨਦੇ ਹਾਂ। ਏਦਾਂ ਨਹੀਂ ਕਰਨਾ। मतलब ਇਹ ਸਾਰੀਆਂ ਗੱਲਾਂ ਕੋਲ ਪਤਾ ਚੱਲਦੀਆਂ ਨੇ। ਜੇ ਪੁਰਾਣਾ ਅੰਦਰ ਹੈ ਤਾਂ ਇਹਦਾ ਹਿੱਸਾ ਕੁਛ ਹੁੰਦਾ ਹੈਗਾ। ਅਗਰ ਪੁਰਾਣਾ ਨਹੀਂ ਹੈ ਤਾਂ ਨਵੀਂ ਇਨਸਾਨੀਅਤ ਹੈ। ਤਾਂ ਨਵੀਂ ਇਨਸਾਨੀਅਤ ਵਿੱਚ ਕੀ ਹੈ? ਇਹ ਸਾਰੀਆਂ ਗੱਲਾਂ ਆਉਂਦੀਆਂ ਹੀ ਨਹੀਂ। ਇਹ ਗੱਲਾਂ ਨਵੇਂ ਜੀਵਨ ਦੇ ਵਿੱਚ ਨਹੀਂ ਆਉਂਦੀਆਂ।
ਲੜਾਈ ਝਗੜਾ ਨਹੀਂ ਆਉਂਦਾ, ਨਿੰਦਿਆ ਨਹੀਂ ਆਉਂਦੀ, ਚੁਗਲੀ ਨਹੀਂ ਆਉਂਦੀ, ਖਾਰ ਨਹੀਂ ਆਉਂਦੀ, ਨਸ਼ਾ ਨਹੀਂ ਆਉਂਦਾ। ਇਹ ਸਾਰੀਆਂ ਗੱਲਾਂ ਫਿਰ ਨਵੇਂ ਜੀਵਨ ਦੇ ਵਿੱਚ ਨਹੀਂ ਆਉਂਦੀਆਂ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਜੋ ਕੋਈ ਇਨਸਾਨ ਜਲ ਤੋਂ ਮਤਲਬ ਪਾਣੀ ਤੋਂ ਔਰ ਪਵਿੱਤਰ ਆਤਮਾ ਤੋਂ ਪੈਦਾ ਨਹੀਂ ਹੁੰਦਾ, ਉਹ ਇਨਸਾਨ ਸਵਰਗ ਵਿੱਚ ਨਹੀਂ ਜਾ ਸਕਦਾ। ਇਹਦਾ ਮਤਲਬ ਕਿ ਅਗਰ ਸਵਰਗ ਦੇ ਵਿੱਚ ਜਾਣਾਗਾ ਤਾਂ ਉਹਦੇ ਲਈ ਕੀ ਹੈ? ਨਵਾਂ ਜਨਮ ਹੋਣਾ ਬਹੁਤ ਹੀ ਜ਼ਰੂਰੀ ਹੈ। ਨਵਾਂ ਜਨਮ, ਅਗਰ ਨਵਾਂ ਜਨਮ ਨਹੀਂ ਹੈ ਤਾਂ ਇਨਸਾਨ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਅਗਰ ਨਵਾਂ ਜਨਮ ਪਾਉਣਾਗਾ ਤਾਂ ਉਹਦੇ ਲਈ ਕੀ ਹੈ? ਪੁਰਾਣਾ ਉਹ ਮਾਰਨਾ ਪਊਗਾ। ਔਰ ਲਿਖਿਆ ਗਿਆ ਬਾਈਬਲ ਦੇ ਵਿੱਚ ਰੋਮੀਆਂ ਉਹਦਾ 6 ਅਧਿਆਇ ਉਹਦੇ 3 ਵਚਨ ਪੜ੍ਹੋ। ਕੀ ਤੁਸੀਂ ਨਹੀਂ ਜਾਣਦੇ ਹੋ ਕਿ ਅਸੀਂ ਜਿਹੜੇ ਬਪਤਿਸਮੇ ਦੇ ਰਾਹੀਂ ਮਸੀਹ ਦੇ ਨਾਲ ਇੱਕ ਕੀਤੇ ਗਏ ਹਾਂ, ਅਸੀਂ ਬਪਤਿਸਮੇ ਦੇ ਰਾਹੀਂ ਮਸੀਹ ਦੀ ਮੌਤ ਦੇ ਭਾਗੀ ਵੀ ਬਣੇ ਹਾਂ। ਹਾਂ, ਇਨਸਾਨ ਜਦੋਂ ਬਪਤਿਸਮਾ ਲੈਂਦਾਗਾ ਤਾਂ ਉਹ ਕੀ ਕਰਦਾਗਾ? ਪ੍ਰਭੂ ਯਿਸੂ ਮਸੀਹ ਦੀ ਮੌਤ ਦਾ ਬਪਤਿਸਮਾ ਲੈਂਦਾਗਾ। ਫਿਰ ਅੱਗੇ ਕੀ ਲਿਖਿਆ? 4 ਦੇ ਵਿੱਚ ਪੜ੍ਹੋ। ਜੋ ਅਸੀਂ ਆਪਣੇ ਬਪਤਿਸਮੇ ਦੇ ਦੁਆਰਾ ਮਸੀਹ ਨਾਲ ਦੱਬੇ ਗਏ ਅਤੇ ਮਰ ਗਏ ਹਾਂ। ਹੁਣ ਦੇਖੋ, ਜਦੋਂ ਇਨਸਾਨ ਬਪਤਿਸਮਾ ਲੈਂਦਾਗਾ ਤਾਂ ਉਹ ਕੀ ਹੋ ਜਾਂਦਾਗਾ? ਯਿਸੂ ਮਸੀਹ ਦੇ ਨਾਲ ਮਰ ਜਾਂਦਾਗਾ। ਔਰ ਫਿਰ ਕੀ ਉਸ ਤੋਂ ਬਾਅਦ ਦੱਬਿਆ ਜਾਂਦਾਗਾ। ਇਹਦਾ ਮਤਲਬ ਕਿ ਜਦ ਇਨਸਾਨ ਬਪਤਿਸਮਾ ਲੈਂਦਾਗਾ, ਨਵਾਂ ਜੀਵਨ ਪਾਉਂਦਾਗਾ, ਤਾਂ ਉਹਦਾ ਕੀ ਹੁੰਦਾਗਾ? ਬਪਤਿਸਮਾ। ਔਰ ਬਪਤਿਸਮੇ ਦਾ ਮਤਲਬ ਕੀ? ਕਿ ਦਫਨ ਹੋ ਜਾਣਾ। ਹੁਣ ਜਿਹੜਾ ਇਨਸਾਨ ਮਰ ਗਿਆ, ਉਹ ਦੱਬਿਆ ਗਿਆ, ਕੀ ਉਹ ਆਪਣੇ ਆਪ ਬਾਹਰ ਆਜੂ? ਆਪਣੇ ਆਪ ਬਾਹਰ ਆ ਜਾਊਗਾ? ਅਗਰ ਉਹਨੂੰ ਬਾਹਰ ਕੱਢਣਾ ਪਵੇ ਤਾਂ ਕੀ ਕਰਨਾ ਪਊਗਾ? ਉਹਨੂੰ ਪੱਟਣਾ ਪਊ, ਮਿੱਟੀ ਨੂੰ ਪਰੇ ਕਰਨਾ ਪਊਗਾ, ਫਿਰ ਹੀ ਬਾਹਰ ਕੱਢਿਆ ਜਾਊਗਾ ਉਹਨੂੰ। ਅਦਰਵਾਈਜ਼ ਉਹ ਕਦੇ ਬਾਹਰ ਨਹੀਂ ਆਉਂਦਾ। ਇਹਦਾ ਮਤਲਬ ਕਿ ਇਨਸਾਨ ਦਾ ਜੋ ਜੀਵਨ ਹੈ ਉਹ ਕੀ ਹੈ? ਪੁਰਾਣਾ ਜੀਵਨ ਮਰ ਚੁੱਕਿਆ, ਪੁਰਾਣਾ ਸੁਭਾਅ ਉਹ ਖਤਮ ਹੋ ਚੁੱਕਿਆ ਹੈਗਾ, ਉਹ ਤਾਂ ਦੱਬਿਆ ਗਿਆ, ਹੁਣ ਉਹ ਵਾਪਸ ਨਹੀਂ ਆਉਣ ਵਾਲਾ। ਲੇਕਿਨ ਹੁੰਦਾ ਕੀ ਹੈ? ਅੱਜ ਪਹਿਚਾਣ ਦੇਖੋ ਲੋਕਾਂ ਦੀ। ਅੱਜ ਲੋਕਾਂ ਨੇ ਬਪਤਿਸਮਾ ਤਾਂ ਪਾਇਆ ਹੋਇਆ ਹੈਗਾ, ਹਾਂ ਬਪਤਿਸਮਾ ਤਾਂ ਲਿਆ ਹੋਇਆ ਲੋਕਾਂ ਨੇ, ਲੇਕਿਨ ਪਹਿਚਾਣ ਉਹਨਾਂ ਦੀ ਅੱਜ ਵੀ ਦੇਖੋ ਉਹੀ ਕੰਮ। ਅੱਜ ਵੀ ਐਸੀਆਂ ਗੱਲਾਂ ਜੀਵਨ ਦੇ ਵਿੱਚ, ਅੱਜ ਵੀ ਉਹਨਾਂ ਦੇ ਜੀਵਨ ਤੋਂ ਕੀ ਆਉਂਦੀ ਹੈ? ਬਦਬੂ ਆਉਂਦੀ ਹੈ। ਅੱਜ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਕੀ ਹੈ? ਉਹ ਲੜਾਈ ਝਗੜਾ ਆਉਂਦਾ ਹੈਗਾ। ਅੱਜ ਵੀ ਜੀਵਨ ਤੋਂ ਕੀ ਦਿਖਾਈ ਦਿੰਦਾ ਉਹਨਾਂ ਦੇ? ਨਸ਼ਾ ਦਿਖਦਾ ਹੈਗਾ, ਗਾਲਾਂ ਦਿਖਦੀਆਂ ਨੇ। ਇਹ ਸਾਰੇ ਬੁਰੇ ਕੰਮ ਉਹਨਾਂ ਦੇ ਜੀਵਨ ਚੋਂ ਦਿਖਾਈ ਦਿੰਦੇ ਨੇ। ਇਹਦਾ ਮਤਲਬ ਕਿ ਉਹ ਲੋਕ ਮਰੇ ਹੀ ਨਹੀਂ, ਉਹ ਲੋਕਾਂ ਨੇ ਨਵਾਂ ਜਨਮ ਪਾਇਆ ਹੀ ਨਹੀਂ। ਔਰ ਹੁੰਦਾ ਕਿ ਕਈ ਵਾਰ ਕਿ ਇਨਸਾਨ ਮਸੀਹ ਦੇ ਵਿੱਚ ਆਇਆ, ਸਹੀ ਚੱਲਿਆ, ਲੇਕਿਨ ਫਿਰ ਵਾਪਸ ਚਲਾ ਗਿਆ। ਔਰ ਲਿਖਿਆ ਬਾਈਬਲ ਦੇ ਵਿੱਚ ਪਹਿਲਾ ਤਿਮੋਥੀਅਸ ਉਹਦਾ 1 ਅਧਿਆਇ ਉਹਦਾ 19 ਤੇ 20। ਪਹਿਲਾ ਤਿਮੋਥੀਅਸ ਉਹਦਾ 1 ਵਿਸ਼ਵਾਸ ਅਤੇ ਸੁੱਧ ਅੰਤੇਕਰਨ ਨਾਲ ਜੁਟਿਆ ਰਹੇ। ਕੁਝ ਨੇ ਆਪਣੇ ਅੰਤੇਕਰਨ ਦੀ ਪਰਵਾਹ ਨਾ ਕੀਤੀ, ਇਸ ਲਈ ਉਹਨਾਂ ਦਾ ਵਿਸ਼ਵਾਸ ਬਰਬਾਦ ਹੋ ਚੁੱਕਾ ਹੈ। ਹੁਣ ਇੱਕ ਵਾਰ ਫਿਰ ਪੜ੍ਹੋ ਤੁਸੀਂ ਪੜ੍ਹੋ। ਅਤੇ ਨੇਚਾ ਅਤੇ ਸ਼ੁੱਧ ਅੰਤਕਰਨ ਨੂੰ ਤਕੜਿਆ ਰੱਖੀ, ਜਿਹਨੂੰ ਕਈਆਂ ਨੇ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ। ਹੁਣ ਦੇਖੋ, ਕਈ ਵਾਰ ਲੋਕ ਇਨਸਾਨ ਆ ਜਾਂਦਾ ਮਸੀਹ ਦੇ ਵਿੱਚ, ਉਹ ਬਪਤਿਸਮਾ ਲੈ ਲੈਂਦਾਗਾ, ਮਤਲਬ ਨਵਾਂ ਜਨਮ ਪਾ ਲੈਂਦਾਗਾ, ਲੇਕਿਨ ਹੁੰਦਾ ਕੀ ਹੈ? ਮਸੀਹ ਨੂੰ ਛੱਡ ਦਿੰਦਾਗਾ। ਮਸੀਹ ਨੂੰ ਛੱਡਣ ਤੋਂ ਬਾਅਦ ਕੀ ਹੁੰਦਾਗਾ? ਉਹ ਜੋ ਸਭ ਵਿਸ਼ਵਾਸ ਹੈ ਉਹ ਘਟ ਜਾਂਦਾਗਾ। ਔਰ ਲਿਖਿਆ ਬਾਈਬਲ ਦੇ ਵਿੱਚ ਕਿ ਨੇਚਾ ਦੀ ਬੇੜੀ, ਮਤਲਬ ਜੋ ਵਿਸ਼ਵਾਸ ਦਾ ਜਹਾਜ਼ ਹੈ ਉਹਨੂੰ ਉਹ ਡੋਬ ਦਿੰਦੇ ਨੇ। ਅੱਗੇ ਕੀ ਲਿਖਿਆ ਜੀ? ਉਹਨਾਂ ਵਿੱਚੋਂ ਹੁਮਨਿਆਨੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ, ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਨਾ ਬਕਣ। ਹੁਣ ਦੇਖੋ, ਇੱਥੇ 2 ਬੰਦੇ ਦਾ ਨਾਮ ਦਿੱਤਾ ਗਿਆ ਹੈਗਾ, ਇੱਕ ਸਿਕੰਦਰ ਤੇ ਇੱਕ ਹੁਮਨਿਆਸ। ਇਹਨਾਂ ਲੋਕਾਂ ਨੇ ਇਹੀ ਕੀਤਾ, ਇਹਨਾਂ ਲੋਕਾਂ ਨੇ ਨਵਾਂ ਜਨਮ ਪਾਇਆ, ਲੇਕਿਨ ਹੋਇਆ ਕਿ ਇਹ ਪਰਮੇਸ਼ਰ ਨੂੰ ਛੱਡ ਕੇ ਚਲੇ ਗਏ, ਪੁਰਾਣੇ ਜੀਵਨ ਦੇ ਵਿੱਚ ਚਲੇ ਗਏ, ਪੁਰਾਣਾ ਸੁਭਾਅ ਫਿਰ ਉਹੀ ਆ ਗਿਆ। ਔਰ ਲਿਖਿਆ ਗਿਆ ਦੂਜਾ ਤਿਮੋਥੀਅਸ ਉਹਦਾ 4 ਅਧਿਆਇ ਉਹਦਾ 10 ਵਚਨ। ਦੂਜਾ ਤਿਮੋਥੀਅਸ ਉਹਦਾ 4 ਅਧਿਆਇ ਉਹਦਾ 10 ਵਚਨ। ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ। ਹੁਣ ਦੇਖੋ, ਇੱਕ ਫਿਰ ਐਸਾ ਹੀ ਪਰਮੇਸ਼ਰ ਦਾ ਦਾਸ ਹੋਇਆ, ਹਾਂ, ਜਿਹਦਾ ਨਾਮ ਸੀਗਾ ਦਿਮਾਸ। ਉਹ ਵੀ ਮਸੀਹ ਦੇ ਵਿੱਚ ਆਇਆ, ਉਹਨੇ ਵੀ ਨਵਾਂ ਜਨਮ ਪਾਇਆ, ਉਹ ਵੀ ਤਾਂ ਮਸੀਹ ਵਿੱਚ ਸਹੀ ਚੱਲਿਆ, ਲੇਕਿਨ ਹੋਇਆ ਕਿ ਫਿਰ ਵਾਪਸ ਚਲਾ ਗਿਆ। ਕਿੱਥੇ? ਉਹੀ ਪੁਰਾਣੇ ਜੀਵਨ ਦੇ ਵਿੱਚ, ਉਹੀ ਪੁਰਾਣੇ ਸੁਭਾਅ ਦੇ ਵਿੱਚ। ਔਰ ਇੱਕ ਵਾਰ ਫਿਰ ਪੜੋ। ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ, ਇਸ ਵਰਤਮਾਨ ਯੁੱਗ ਨਾਲ ਮਤਲਬ ਇਹ ਸੰਸਾਰ ਦੇ ਨਾਲ, ਇਹ ਸੰਸਾਰ ਦੇ ਉੱਪਰ ਉਹਦਾ ਫਿਰ ਮਨ ਜਾਗ ਗਿਆ, ਇਸ ਸੰਸਾਰ ਦੇ ਉੱਪਰ ਉਹਦਾ ਫਿਰ ਪਿਆਰ ਆ ਗਿਆ। ਮਰ ਚੁੱਕਿਆ ਸੀਗਾ, ਦਫਨ ਹੋ ਚੁੱਕਿਆ ਸੀਗਾ, ਲੇਕਿਨ ਫਿਰ ਦੁਬਾਰਾ ਉਸਨੇ ਆਪਣੇ ਆਪ ਨੂੰ ਜਿੰਦਾ ਕਰ ਲਿਆ, ਫਿਰ ਉੱਠ ਖੜਿਆ, ਫਿਰ ਸੰਸਾਰ ਦੇ ਗੱਲਾਂ ਵਿੱਚ ਰੁੱਝ ਗਿਆ, ਫਿਰ ਸੰਸਾਰ ਵਰਗੇ ਕੰਮ ਕਰਨ ਲੱਗ ਗਿਆ,
ਫਿਰ ਉਹ ਸਾਰੇ ਕੰਮ ਕਰਨ ਲੱਗ ਗਿਆ। ਲਿਖਿਆ ਕਿ ਦੇਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਹਾਂ ਮੈਨੂੰ ਛੱਡ ਦਿੱਤਾ। ਮੂੰਹ ਲਾ ਕੇ ਮਤਲਬ ਉਹਦੇ ਉੱਪਰ ਪਿਆਰ ਕਰਨ ਲੱਗ ਗਿਆ ਜਗਤ ਉੱਪਰ। ਜਦ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈਗਾ ਕਿ ਅਗਰ ਤੁਸੀਂ ਸਵਰਗ ਦੇ ਵਿੱਚ ਜਾਣਾ ਹੈਗਾ ਤਾਂ ਕੀ ਕਰਨਾ ਪਏਗਾ? ਤੁਹਾਨੂੰ ਨਵਾਂ ਜਨਮ ਪਾਉਣਾ ਪਏਗਾ, ਪੁਰਾਣਾ ਜੀਵਨ ਤੁਹਾਨੂੰ ਛੱਡਣਾ ਪਏਗਾ। ਲੇਕਿਨ ਅੱਜ ਹੁੰਦਾ ਕੀ ਹੈ? ਅੱਜ ਬਹੁਤ ਸਾਰੇ ਲੋਕ ਨਵਾਂ ਜਨਮ ਪਾ ਲੈਂਦੇ ਨੇ, ਲੇਕਿਨ ਹੁੰਦਾ ਕੀ ਹੈ? ਉਹ ਪੁਰਾਣੇ ਜੀਵਨ ਵਿੱਚ ਚਲੇ ਜਾਂਦੇ ਨੇ, ਪੁਰਾਣੇ ਸੁਭਾਅ ਦੇ ਵਿੱਚ। ਹੁੰਦਾ ਤਾਂ ਪਹਿਲਾਂ ਹੀ ਉਹਨਾਂ ਦਾ ਸਹੀ ਨਹੀਂ ਜਨਮ, ਨਵਾਂ ਜਨਮ ਉਹਨਾਂ ਨੇ ਪਾਇਆ, ਉਹ ਪਤਾ ਹੀ ਨਹੀਂ ਕਿ ਨਵਾਂ ਜਨਮ ਹੈ ਕੀ। ਲੇਕਿਨ ਹੁੰਦਾ ਕੀ ਹੈ? ਕੁਝ ਦਿਨਾਂ ਵਾਸਤੇ, ਕੁਝ ਹਫ਼ਤਿਆਂ ਵਾਸਤੇ, ਕੁਝ ਮਹੀਨੇ ਵਾਸਤੇ ਉਹ ਚੰਗੀ ਪ੍ਰਾਰਥਨਾ ਕਰਦੇ ਨੇ, ਕੁਝ ਸਮੇਂ ਵਾਸਤੇ ਉਹ ਗਾਲਾਂ ਨਹੀਂ ਕੱਢਦੇ। ਮਤਲਬ ਇਹ ਸਾਰੀਆਂ ਗੱਲਾਂ ਉਹਨਾਂ ਦੇ ਜੀਵਨ ਵਿੱਚ ਹੁੰਦੀਆਂ ਨੇ। ਲੇਕਿਨ ਹੁੰਦਾ ਕੀ ਹੈ? ਬਾਅਦ ਦੇ ਵਿੱਚ ਫਿਰ ਉਹ ਸੰਸਾਰ ਵਿੱਚ ਚਲੇ ਜਾਂਦੇ ਨੇ, ਫਿਰ ਉਹ ਐਸਾ ਹੀ ਜੀਵਨ ਜੀਣ ਲੱਗ ਜਾਂਦੇ ਨੇ। ਮਤਲਬ ਜਿਹੜੀ ਉਹਨਾਂ ਦੀ ਪਹਿਚਾਣ ਦਿਖਣੀ ਚਾਹੀਦੀ ਹੈ, ਮਸੀਹ ਵਾਲੀ ਪਹਿਚਾਣ, ਉਹ ਮਸੀਹ ਵਾਲੀ ਪਹਿਚਾਣ ਉਹਨਾਂ ਦੇ ਜੀਵਨ ਤੋਂ ਦਿਖਦੀ ਨਹੀਂ। ਉਹਨਾਂ ਦੀ ਪਹਿਚਾਣ ਉਹ ਦਿਖਦੀ ਹੀ ਨਹੀਂ। ਕਿਉਂ? ਇਨਸਾਨ ਨੂੰ ਫਿਰ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਫਿਰ ਘਾਟਾ ਨਜ਼ਰ ਆਉਂਦਾ ਗਾ। ਜੇ ਮਸੀਹ ਨੂੰ ਮੰਨਿਆ ਤਾਂ ਹੈਗਾ, ਅਗਰ ਇਹ ਕੰਮ ਬੰਦ ਕਰਤਾ ਇੰਨਾ ਘਾਟਾ ਪੈ ਸਕਦਾ ਗਾ, ਉਹ ਕੰਮ ਬੰਦ ਕਰਤਾ ਇੰਨਾ ਘਾਟਾ ਪੈ ਸਕਦਾ ਗਾ। ਮਤਲਬ ਉਹ ਸਾਰੀਆਂ ਗੱਲਾਂ ਦੇ ਵਿੱਚ ਕੀ ਹੈ? ਉਹ ਇਨਸਾਨ ਨੂੰ ਆਪਣਾ ਫਿਰ ਨਫਾ ਨੁਕਸਾਨ ਦਿਖਾਈ ਦਿੰਦਾ ਗਾ, ਜਦ ਕਿ ਉਹ ਸਾਰੀਆਂ ਗੱਲਾਂ ਵਿੱਚ ਉਹ ਤਾਂ ਮਰ ਚੁੱਕਿਆ ਗਾ। ਹਾਂ, ਫਿਰ ਅਸੀਂ ਉਹਦੇ ਨਾ ਗਏ, ਉਹ ਸਾਡੇ ਨਹੀਂ ਆਊਗਾ। ਉਹਦੇ ਨਾਲ ਰਿਸ਼ਤਾ ਟੁੱਟ ਗਿਆ, ਕਿ ਸਾਡਾ ਰਿਸ਼ਤਾ ਕੌਣ ਰੱਖੂਗਾ? ਇਹ ਸਾਰੀਆਂ ਗੱਲਾਂ ਇਨਸਾਨ ਦੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ। ਲੇਕਿਨ ਸਹੀ ਦੇ ਵਿੱਚ ਜਿਹੜਾ ਇਨਸਾਨ ਨਵਾਂ ਜਨਮ ਪਾ ਚੁੱਕਿਆ ਗਾ, ਜਿਹੜਾ ਇਨਸਾਨ ਨਵੇਂ ਜੀਵਨ ਦੇ ਵਿੱਚ ਆ ਚੁੱਕਿਆ ਗਾ, ਉਹ ਕਦੇ ਵੀ ਪੁਰਾਣੇ ਜੀਵਨ ਦੇ ਵਿੱਚ ਨਹੀਂ ਜਾਂਦਾ। ਲੇਕਿਨ ਇਹ ਲੋਕ ਗਏ, ਇਹਨਾਂ ਦਾ ਜਾਣ ਦਾ ਕਾਰਨ ਕੀ ਸੀਗਾ? ਕਿ ਇਹਨਾਂ ਨੇ ਫਿਰ ਆਪਣਾ ਮਨ ਸੰਸਾਰ ਦੇ ਵਿੱਚ ਲਾ ਲਿਆ, ਸੰਸਾਰ ਦੀਆਂ ਗੱਲਾਂ ਦੇ ਉੱਪਰ ਲਾ ਲਿਆ। ਲੇਕਿਨ ਜੋ ਅੱਜ ਆਪਣਾ ਵਚਨ ਪੜ੍ਹਿਆ ਗਾ, ਫਿਲਿੱਪੀਆਂ ਉਹਦਾ 3 ਅਧਿਆਏ ਆਪਾਂ ਪੜ੍ਹਿਆ 1 ਤੋਂ ਲੈ ਕੇ 10 ਤੱਕ। ਇੱਥੇ ਦੇਖੋ ਪਰਮੇਸ਼ਰ ਦਾ ਦਾਸ ਹੋਇਆਗਾ ਸੰਤ ਪੌਲਸ। ਸੰਤ ਪੌਲਸ ਬਾਰੇ ਆਪਾਂ ਨੇ ਕਈ ਵਾਰ ਸੁਣਿਆਗਾ, ਕਈ ਵਾਰ ਵਚਨ ਪੜ੍ਹਿਆ ਵੀ ਹੈ। ਇਹ ਇੱਕ ਇਨਸਾਨ ਐਸਾ ਸੀਗਾ ਕਿ ਜੋ ਪੁਰਾਣੇ ਨੇਮ ਨੂੰ ਮੰਨਦਾ ਸੀਗਾ। ਪੁਰਾਣੇ ਨੇਮ ਦੇ ਵਿੱਚ ਦਿੱਤਾ ਗਿਆ ਸੀਗਾ ਕਿ ਸਾਡਾ ਪਰਮੇਸ਼ਰ ਇੱਕੋ ਹੀ ਹੈ। ਉਹ ਸਾਰੀ ਗੱਲ ਨੂੰ ਇਹ ਬਹੁਤ ਹੀ ਆਪਣੇ ਧਿਆਨ ਵਿੱਚ ਰੱਖ ਕੇ ਚੱਲਦਾ ਸੀਗਾ। ਲੇਕਿਨ ਹੋਇਆ ਕਿ ਜਦ ਇਹ ਮਸੀਹ ਦੇ ਵਿੱਚ ਆਇਆ, ਜਦ ਇਸ ਦਾ ਨਵਾਂ ਜਨਮ ਹੋਇਆ, ਤਾਂ ਇਹ ਆਪਣੇ ਪੁਰਾਣੇ ਜਨਮ ਦੀਆਂ ਸਾਰੀਆਂ ਗੱਲਾਂ ਭੁੱਲ ਚੁੱਕਿਆ ਸੀਗਾ। ਲੋਕ ਇਹਦੇ ਨਾਮ ਤੋਂ ਡਰਦੇ ਸੀਗੇ ਕਿ ਸੰਤ ਪੌਲਸ ਹੈ, ਮਤਲਬ ਜੋ ਸੌਲਸ ਹੈ, ਉਹ ਕੀ ਹੈ? ਉਹ ਤਾਂ ਮਸੀਹ ਦੀ ਜੋ ਕਲੀਸਿਆ ਗਈ, ਉਹਨਾਂ ਲੋਕਾਂ ਨੂੰ ਮਾਰਦਾ ਗਾ, ਕੁੱਟਦਾ ਗਾ, ਔਰਤਾਂ ਨੂੰ ਘੜੀਸ ਕੇ ਮਾਰਦਾ ਗਾ। ਅਰੇ ਆਪਣੇ ਜ਼ਮਾਨੇ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਇੱਕ ਬਹੁਤ ਖਤਰਨਾਕ ਇਨਸਾਨ ਰਹਿ ਚੁੱਕਿਆ ਗਾ। ਹੁਣ ਇਸ ਨਵੇਂ ਜੀਵਨ ਦੇ ਵਿੱਚ ਆ ਚੁੱਕਿਆ ਗਾ, ਲੇਕਿਨ ਇਹ ਆਪਣੇ ਪੁਰਾਣੇ ਜੀਵਨ ਦੀਆਂ ਸਾਰੀਆਂ ਗੱਲਾਂ ਭੁੱਲ ਚੁੱਕਿਆ ਗਾ। ਫਿਰ ਇੱਕ ਵਾਰ ਚੇਤੇ ਕਰ ਰਿਹਾ ਗੱਲਾਂ ਨੂੰ। ਔਰ ਆਪਾਂ ਵਚਨ ਦੇ ਵਿੱਚ ਪੜਾਂਗੇ ਫਿਲਿੱਪੀਆਂ 3 ਅਧਿਆਏ ਉਹਦਾ 5 ਵਚਨ। ਜਨਮ ਤੋਂ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ। ਹੁਣ ਦੇਖੋ ਗੱਲ ਕਰ ਰਿਹਾ ਗਾ, ਹੁਣ ਦੱਸ ਰਿਹਾ ਲੋਕਾਂ ਨੂੰ ਕਿ ਦੇਖੋ ਮੈਂ ਕੌਣ ਸੀ, ਮੈਂ ਪੁਰਾਣੇ ਜੀਵਨ ਦੇ ਵਿੱਚ ਕੈਸਾ ਸੀਗਾ, ਮੈਂ ਪੁਰਾਣੇ ਸਮੇਂ ਦੇ ਵਿੱਚ ਕੈਸਾ ਇਨਸਾਨ ਸੀਗਾ। ਕਿ ਮੈਂ ਜਨਮ ਤੋਂ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ। ਮੈਂ ਇਜ਼ਰਾਈਲ ਦੇ ਵੰਸ਼ ਹੂੰ ਅਤੇ ਬਿਨਿਆਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ, ਸਰਾਂ ਦੀ ਪੁੱਛੋ ਤਾਂ ਫਰੀਸੀ। ਮਤਲਬ ਇਹ ਆਪਣੇ ਬਾਰੇ ਦੱਸ ਰਿਹਾ ਕਿ ਮੈਂ ਇਹ ਸੀਗਾ ਪੁਰਾਣੇ ਸਮੇਂ ਦੇ ਵਿੱਚ। ਲੇਕਿਨ ਹੁਣ ਲੋਕ ਇਹਨੂੰ ਭੁੱਲ ਚੁੱਕੇ ਨੇ ਕਿ ਕੌਣ ਹੈ। ਇਹ ਤਾਂ ਫੇਰ ਦੱਸ ਰਿਹਾ ਲੋਕਾਂ ਨੂੰ ਕਿ ਮੇਰਾ ਜਿਹੜਾ ਜੀਵਨ ਸੀਗਾ ਉਹ ਐਸਾ ਜੀਵਨ ਸੀਗਾ, ਮੈਂ ਤਾਂ ਇਹ ਚੀਜ਼ ਸੀਗਾ, ਮੈਂ ਤਾਂ ਐਸਾ ਸੀਗਾ। ਲੇਕਿਨ ਅੱਜ ਜੋ ਇਨਸਾਨ ਮਸੀਹ ਦੇ ਵਿੱਚ ਹੈ, ਉਹਦੇ ਲਈ ਇਨਸਾਨ ਕੋਈ ਨਹੀਂ ਕਹਿ ਸਕਦਾ। ਇਹ ਉਹਦੇ ਆਂਢੀ ਗੁਆਂਢੀ ਨਹੀਂ ਕਹਿ ਸਕਦੇ, ਉਹਦੇ ਰਿਸ਼ਤੇਦਾਰ ਨਹੀਂ ਇਹ ਗੱਲ ਕਹਿ ਸਕਦੇ ਕਿ ਇਹਦਾ ਪੁਰਾਣਾ ਜੀਵਨ ਕਿਹੋ ਜਿਹਾ ਸੀਗਾ। ਇਹ ਤਾਂ ਹੁਣ ਬਿਲਕੁਲ ਬਦਲ ਗਿਆ ਗਾ। ਹੁਣ ਇਹ ਗਾਲਾਂ ਨਹੀਂ ਕੱਢਦਾ, ਹੁਣ ਇਹ ਲੜਾਈ ਝਗੜਾ ਨਹੀਂ ਕਰਦਾ, ਹੁਣ ਇਹ ਕੁਛ ਵੀ ਨਹੀਂ, ਐਸਾ ਕੋਈ ਬੋਲ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਪੁਰਾਣਾ ਜੀਵਨ ਉਹਦੇ ਜੀਵਨ ਦੇ ਵਿੱਚ ਦਿਖਾਈ ਦਿੰਦਾ ਗਾ, ਪੁਰਾਣਾ ਸੁਭਾਅ ਉਹਦੇ ਜੀਵਨ ਦੇ ਵਿੱਚ ਦਿਖਾਈ ਦਿੰਦਾ ਗਾ। ਲੇਕਿਨ ਇਹ ਸੰਤ ਪੌਲਸ ਕਹਿ ਰਿਹਾ ਮੇਰੇ ਬਾਰੇ ਦੇਖੋ ਕਿ ਮੈਂ ਕੌਣ ਸੀਗਾ। ਫਿਰ ਅੱਗੇ ਪੜੋ। ਅਣਖ ਦੀ ਪੁੱਛੋ ਤਾਂ ਕਲੀਸਿਆ ਦਾ ਸਤਾਉਣ ਹੁਣ ਦੇਖੋ ਮੇਰੀ ਜਿਹੜੀ ਅਣਖ ਸੀ ਪਰਮੇਸ਼ਵਰ ਦੇ ਲਈ, ਉਹ ਤਾਂ ਐਸੀ ਸੀ ਕਿ ਮੈਂ ਤਾਂ ਜੋ ਪ੍ਰਭੂ ਯਿਸੂ ਮਸੀਹ ਦੀ ਕਲੀਸਿਆ ਸੀ ਉਹਨੂੰ ਮੈਂ ਮਾਰਦਾ ਸੀ, ਉਹਨੂੰ ਕੁੱਟਦਾ ਸੀਗਾ। ਕਿਉਂ? ਕਿਉਂਕਿ ਮੈਂ ਤਾਂ ਪੁਰਾਣੇ ਨੇਮ ਨੂੰ ਜਾਣਦਾ ਸੀਗਾ। ਪੁਰਾਣੇ ਨੇਮ ਦੇ ਵਿੱਚ ਦਿੱਤਾ ਗਿਆ ਸੀਗਾ ਕਿ ਤੁਹਾਡਾ ਇੱਕੋ ਹੀ ਪਰਮੇਸ਼ਵਰ ਹੈ, ਉਸ ਤੋਂ ਬਿਨਾਂ ਤੁਹਾਡਾ ਕੋਈ ਪਰਮੇਸ਼ਵਰ ਹੀ ਨਹੀਂ ਹੈ। ਮਤਲਬ ਮੈਂ ਤਾਂ ਆਪਣੇ ਪਰਮੇਸ਼ਵਰ ਦੇ ਲਈ ਪੂਰੀ ਜਲਨ ਰੱਖਦਾ ਸੀਗਾ। ਅਣਖ ਦੀ ਪੁੱਛੋ ਤਾਂ ਮੈਂ ਕੀ ਸੀਗਾ? ਕਲੀਸਿਆ ਦਾ ਸਤਾਉਣ ਵਾਲਾ। ਪਰ ਜਿਹੜੀਆਂ ਗੱਲਾਂ ਆਸਰਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼। ਅਗਰ ਸਰਾਂ ਬਾਰੇ ਮੇਰੇ ਮੁਕਾਬਲੇ ਕੋਈ ਆ ਜਾਏ ਇਨਸਾਨ, ਮੈਂ ਤਾਂ ਪੂਰੀ ਤਰ੍ਹਾਂ ਸਰਾਂ ਨੂੰ ਮੰਨਣ ਵਾਲਾ ਸੀਗਾ, ਮੇਰੇ ਵਿੱਚ ਤਾਂ ਕੋਈ ਦੋਸ਼ ਨਹੀਂ ਸੀਗਾ, ਮੈਂ ਪੁਰਾਣੇ ਜੀਵਨ ਦੇ ਵਿੱਚ ਐਸਾ ਸੀਗਾ। ਫਿਰ ਅੱਗੇ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝੇ। ਹੁਣ ਦੇਖੋ ਕਿੰਨੀ ਵੱਡੀ ਗੱਲ ਬੋਲ ਰਿਹਾ
ਕਿ ਜਿਹੜੀਆਂ ਗੱਲਾਂ ਮੇਰੇ ਫਾਇਦੇ ਦੀਆਂ ਸੀਗੀਆਂ, ਜਿਨ੍ਹਾਂ ਗੱਲਾਂ ਤੋਂ ਮੈਨੂੰ ਫਾਇਦਾ ਹੁੰਦਾ ਸੀਗਾ, ਉਹਨਾਂ ਨੂੰ ਮੈਂ ਮਸੀਹ ਦੇ ਲਈ ਕੀ ਸਮਝਿਆਗਾ? ਹਾਣ ਦੀਆਂ। ਹਾਣ ਦੇ ਮਤਲਬ ਘਾਟੇ ਦੀ। ਘਾਟੇ ਦੀਆਂ ਗੱਲਾਂ ਸਮਝੀਆਂ। ਅਗਰ ਮੈਨੂੰ ਜਿਹੜੀਆਂ ਗੱਲਾਂ ਤੋਂ ਫਾਇਦਾ ਹੁੰਦਾ ਸੀਗਾ, ਹੁਣ ਫਾਇਦਾ ਇਨਸਾਨ ਨੂੰ ਕਿੱਥੋਂ ਹੁੰਦਾਗਾ? ਸੰਸਾਰ ਤੋਂ ਫਾਇਦਾ ਹੁੰਦਾਗਾ। ਹੁਣ ਇਹ ਕਹਿੰਦਾ ਕਿ ਜਿਹੜੀਆਂ ਗੱਲਾਂ ਤੋਂ ਮੈਨੂੰ ਫਾਇਦਾ ਹੁੰਦਾ ਸੀਗਾ, ਮੈਂ ਮਸੀਹ ਦੇ ਲਈ ਕੀ ਸਮਝਾਂ? ਉਹਨਾਂ ਨੂੰ ਹਾਣ ਦੀਆਂ ਸਮਝਾਂ। ਮਤਲਬ ਘਾਟਾ, ਨੁਕਸਾਨ ਹੈ ਮੇਰਾ, ਹੋਣ ਤੋਂ ਕੋਈ ਗੱਲ ਨਹੀਂ। ਮਸੀਹ ਦੇ ਲਈ ਹੋ ਰਿਹਾ ਨੁਕਸਾਨ ਮੇਰਾ, ਹੋਣ ਤੋਂ। ਮਸੀਹ ਦੇ ਲਈ ਹੋ ਰਿਹਾਗਾ, ਹੋਣ ਤੋਂ। ਕਿੱਡੀ ਵੱਡੀ ਗੱਲ ਬੋਲ ਰਿਹਾਗਾ ਪਰਮੇਸ਼ਰ ਦਾ ਦਾਸ। ਫਿਰ ਅੱਗੇ ਕੀ ਲਿਖਿਆ ਜੀ? ਸਗੋਂ ਮਸੀਹ ਯੀਸ਼ੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮਹਾਨ ਦੀਆਂ ਹੀ ਸਮਝਦਾ ਹਾਂ, ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਦੀ ਹਾਣ ਝੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ, ਭਈ ਮੈਂ ਮਸੀਹ ਨੂੰ ਖੱਟ ਲਵਾਂ। ਮਤਲਬ ਜਿੰਨੀਆਂ ਵੀ ਗੱਲਾਂ ਮੇਰੇ ਫਾਇਦੇ ਦੀਆਂ ਸੀਗੀਆਂ, ਸੰਸਾਰ ਤੋਂ ਮੈਨੂੰ ਫਾਇਦਾ ਹੁੰਦਾ ਸੀਗਾ, ਮੇਰੇ ਕੰਮਕਾਰ ਤੋਂ ਮੈਨੂੰ ਫਾਇਦਾ ਹੁੰਦਾ ਸੀ, ਮੇਰੇ ਬਿਜ਼ਨਸ ਤੋਂ ਮੈਨੂੰ ਫਾਇਦਾ ਹੁੰਦਾ ਸੀਗਾ, ਕਿਸੇ ਵੀ ਗੱਲ ਤੋਂ ਮੈਨੂੰ ਫਾਇਦਾ ਹੁੰਦਾ ਸੀਗਾ, ਅਗਰ ਮਸੀਹ ਦੀ ਗੱਲ ਆਉਂਦੀ ਹੈ ਤਾਂ ਮੈਂ ਇਹਨਾਂ ਨੂੰ ਕੂੜਾ ਸਮਝਦਾ ਸੀਗਾ। ਮੈਂ ਇਹਨਾਂ ਨੂੰ ਕਿਸੇ ਵੀ ਕੰਮ ਦੀ ਸਮਝਦਾ ਨਹੀਂ ਸੀਗਾ। ਕਿਉਂ? ਇਹ ਗੱਲ ਕਦ ਕਹਿ ਰਿਹਾਗਾ? ਜਦ ਨਵੇਂ ਜੀਵਨ ਦੇ ਵਿੱਚ ਆ ਚੁੱਕਿਆ ਹੈਗਾ। ਅੱਜ ਦੇਖੋ ਲੋਕ ਨਵਾਂ ਜੀਵਨ ਪਾ ਚੁੱਕੇ ਨੇ, ਅੱਜ ਨਵਾਂ ਜਨਮ ਪਾ ਚੁੱਕੇ ਨੇ, ਲੇਕਿਨ ਹੁਣ ਤਾਂ ਕੀ ਹੈ? ਪੁਰਾਣਾ ਜਨਮ ਦਿਖਾਈ ਦਿੰਦਾ ਹੈਗਾ ਜੀਵਨ ਦੇ ਵਿੱਚ। ਮੈਨੂੰ ਇੱਥੋਂ ਫਾਇਦਾ ਹੋ ਰਿਹਾਗਾ, ਛੱਡ ਦੋ ਬੰਦਗੀ। ਘਰ ਦੇ ਵਿੱਚ ਪਰੌਂਠੇ ਬਣੇ ਹੁਣ ਛੱਡ ਦੋ, ਅੱਜ ਨਹੀਂ ਵਰਤ ਰੱਖਣਾ, ਕੱਲ ਨੂੰ ਵਰਤ ਰੱਖਾਂਗੇ, ਅੱਜ ਪਰੌਂਠੇ ਖਾਂਦੇ ਆ। ਮਤਲਬ ਜਿਹੜੀਆਂ ਗੱਲਾਂ ਦਾ ਮੈਨੂੰ ਫਾਇਦਾ ਹੁੰਦਾਗਾ, ਮੈਂ ਮਸੀਹ ਦੇ ਲਈ ਕੀ ਸਮਝਦਾਗਾ? ਹਾਂ ਜੀ, ਮਤਲਬ ਨੁਕਸਾਨ ਹੋਵੇਗਾ ਹੋਣ ਦੋ ਮੇਰਾ, ਲੇਕਿਨ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ। ਚਾਹੇ ਮੇਰਾ ਨੁਕਸਾਨ ਹੁੰਦਾਗਾ, ਹੋਣ ਦੋ। ਮੈਨੂੰ ਕਾਰੋਬਾਰ 'ਚ ਘਾਟਾ ਪੈਂਦਾ, ਪੈ ਜਾਣ ਦੋ, ਕੋਈ ਚੱਕਰ ਨਹੀਂ, ਲੇਕਿਨ ਮੈਂ ਕੀ ਕਰਾਂ? ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ। ਹੁਣ ਦੇਖੋ, ਇਹ ਵੀ ਤਾਂ ਸੋਚਦਾ ਸੀਗਾ ਪਹਿਲਾਂ ਕਿ ਮੈਨੂੰ ਕਿੰਨਾ ਫਾਇਦਾ ਹੁੰਦਾ ਹੋਊਗਾ, ਇਹਨੂੰ ਕਿੰਨਾ ਲਾਭ ਹੁੰਦਾ ਹੋਊਗਾ ਆਪਣੇ ਕਾਰੋਬਾਰ ਦੇ ਵਿੱਚ, ਜੋ ਵੀ ਕੰਮ ਕਰਦਾ ਹੋਊਗਾ, ਕੁਝ ਵੀ ਹੋਊਗਾ ਇਹਦਾ ਆਪਣਾ ਕਾਰੋਬਾਰ। ਲੇਕਿਨ ਦੇਖਿਆ ਜਾਵੇ, ਇਹ ਕਹਿੰਦਾ ਹੁਣ ਮੈਨੂੰ ਕੋਈ ਫਿਕਰ ਨਹੀਂ ਹੈ। ਕਿਉਂ? ਹੁਣ ਤਾਂ ਮੈਂ ਜਾਣਾ ਸਵਰਗ ਦੇ ਵਿੱਚ ਹੈ, ਮੈਂ ਤਾਂ ਨਵਾਂ ਜਨਮ ਪਾ ਚੁੱਕਿਆਗਾ। ਮੈਨੂੰ ਪਤਾ ਲੱਗ ਗਿਆਗਾ ਕਿ ਸੱਚਾ ਵਿਸ਼ਵਾਸ ਕੀਤਾ, ਸੱਚੀ ਤੋਬਾ ਕੀਤੀ, ਸੱਚਾ ਬਪਤਿਸਮਾ ਲਿਆਗਾ, ਪਵਿੱਤਰ ਆਤਮਾ ਦਾ ਦਾਨ ਪਾਇਆਗਾ। ਹੁਣ ਚਾਹੇ ਜੋ ਮਰਜ਼ੀ ਹੋ ਜਾਏ, ਸੰਸਾਰ ਵੱਲੋਂ ਤਾਂ ਮੈਨੂੰ ਕੁਝ ਚਾਹੀਦਾ ਹੀ ਨਹੀਂ। ਫਿਰ ਚੱਲਿਆ ਕਿਹਦੇ ਪਿੱਛੇ? ਮਸੀਹ ਦੇ ਪਿੱਛੇ। ਚਾਹੇ ਜਿੰਨਾ ਮਰਜ਼ੀ ਫਾਇਦਾ ਹੋ ਜਾਏ, ਚਾਹੇ ਜੋ ਮਰਜ਼ੀ ਹੋ ਜਾਏ, ਹੁਣ ਮੈਂ ਸੰਸਾਰ ਵੱਲ ਨਹੀਂ ਜਾਣਾ। ਅੱਜ ਬੰਦਗੀ ਹੈ, ਚਾਹੇ ਮੈਨੂੰ 5000 ਦਾ ਫਾਇਦਾ, ਚਾਹੇ ਮੈਨੂੰ 10,000 ਦਾ, ਚਾਹੇ 50,000 ਦਾ ਫਾਇਦਾ, ਨੁਕਸਾਨ ਹੈ ਮੇਰੇ ਲਈ। ਕੀ ਹੈ? ਕੂੜਾ ਹੈਗਾ। ਕਿਉਂ? ਮੈਂ ਕਿੱਥੇ ਜਾਣਾ? ਅੱਜ ਬੰਦਗੀ ਵਿੱਚ ਜਾਣਾ ਹੈਗਾ, ਚਾਹੇ ਜੋ ਵੀ ਹੈ। ਅੱਜ ਵਿਆਹ ਆ ਗਿਆ, ਸਹੁਰਿਆਂ ਦਾ ਵਿਆਹ ਹੈਗਾ, ਜਿਹਦਾ ਮਰਜ਼ੀ ਵਿਆਹ, ਛੱਡ ਦੋ ਵਿਆਹ। ਕਿਉਂ? ਅੱਜ ਮੈਂ ਬੰਦਗੀ ਵਿੱਚ ਜਾਣਾ ਹੈਗਾ, ਅੱਜ ਪਰਮੇਸ਼ਵਰ ਦਾ ਕੰਮ ਹੈ। ਇਹ ਕੀ ਹੈ? ਇਹ ਕੀ ਹੈ? ਉਹਦੇ ਲਈ ਕੂੜਾ ਹੈਗਾ। ਹੁਣ ਦੱਸੋ ਮੈਨੂੰ, ਕੂੜੇ ਨੂੰ ਕੌਣ ਪਸੰਦ ਕਰਦਾ ਹੈਗਾ? ਹੈ ਕੋਈ ਕੂੜੇ ਨੂੰ ਪਸੰਦ ਕਰਦਾ ਹੋਵੇ? ਅਸੀਂ ਆਪਣੇ ਘਰ ਦੇ ਵਿੱਚ ਝਾੜੂ ਮਾਰਦੇ ਹਾਂ, ਦੁਕਾਨ ਦੇ ਵਿੱਚ ਝਾੜੂ ਮਾਰਦੇ ਹਾਂ, ਤੇ ਜਿਹੜਾ ਕੂੜਾ ਹੈਗਾ ਕਦੇ ਸਾਂਭ ਕੇ ਰੱਖਿਆ ਉਹਨੂੰ ਆਪਾਂ ਜਾ ਕੇ ਬਾਹਰ ਸੁੱਟ ਦਿੰਦੇ ਹਾਂ। ਕੂੜੇ ਨੂੰ ਕੋਈ ਪਸੰਦ ਕਰਦਾ ਹੀ ਨਹੀਂ। ਹੁਣ ਇਹ ਦੇਖੋ, ਪਰਮੇਸ਼ਰ ਦਾਸ ਕੀ ਕਹਿੰਦਾ? ਇਹ ਸਾਰੀਆਂ ਗੱਲਾਂ ਮੇਰੇ ਲਈ ਕੀ ਨੇ? ਕੂੜਾ। ਲੇਕਿਨ ਅੱਜ ਦੇ ਲੋਕ, ਅੱਜ ਦੇ ਬਾਈਬਲ ਪੜ੍ਹਨ ਵਾਲੇ ਲੋਕ, ਅੱਜ ਦੇ ਪ੍ਰਾਰਥਨਾ ਕਰਨ ਵਾਲੇ ਲੋਕ, ਜਿਹੜੀਆਂ ਕੂੜਾ ਨੇ, ਜਿਹੜੀਆਂ ਚੀਜ਼ਾਂ ਕੂੜਾ ਨੇ, ਉਹਨਾਂ ਨੂੰ ਕੀ ਨੇ? ਉਹ ਅਹਿਮੀਅਤ ਦੇਣ ਲੱਗ ਪਏ। ਕਿਉਂ? ਕਿਉਂਕਿ ਨਵਾਂ ਜੀਵਨ ਪਾਇਆ ਹੀ ਨਹੀਂ, ਨਵਾਂ ਜਨਮ ਉਹਨਾਂ ਨੇ ਪਾਇਆ ਹੀ ਨਹੀਂ। ਹਜੇ ਤੱਕ ਵੀ ਪੁਰਾਣੇ ਜਨਮ ਦੇ ਵਿੱਚ ਚੱਲੇ ਫਿਰਦੇ ਨੇ। ਹਾਂ, ਪ੍ਰਾਰਥਨਾ ਕਰਦੇ ਨੇ, ਸੰਗਤੀ ਕਰਦੇ ਨੇ, ਲੇਕਿਨ ਨਵਾਂ ਜਨਮ। ਲੇਕਿਨ ਜਿਹੜੇ ਇਨਸਾਨ ਨੇ ਨਵਾਂ ਜਨਮ ਪਾਇਆਗਾ, ਤੇ ਉਹ ਕੀ ਕਰੇਗਾ? ਉਹ ਕਦੇ ਵੀ ਪੁਰਾਣੇ ਜਨਮ ਵਿੱਚ ਨਹੀਂ ਜਾਂਦਾ। ਪਰਮੇਸ਼ਵਰ ਦਾਸ ਕਹਿੰਦਾ ਇਹ ਸਾਰੀਆਂ ਗੱਲਾਂ ਮੇਰੇ ਲਈ ਕੀ ਨੇ? ਇਹ ਕੂੜਾ ਨੇ। ਹਰ ਇੱਕੋ ਗੱਲ, ਇੱਕ ਉਹ ਪੜਾਂਗੇ ਆਪਾਂ ਰਸੂਲਾਂ ਉਹਦਾ 22 ਅਧਿਆਇ, ਉਹਦਾ 3 ਵਚਨ ਪੜੋ। ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਲੀਕਿਆ ਦੇ ਤਰਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ, ਅਤੇ ਪਿਓ ਦਾਦਿਆਂ ਨੇ ਸਾਰਾ ਪੂਰੇ ਚੱਜ ਨਾਲ ਸਿੱਖੀ, ਅਤੇ ਪਰਮੇਸ਼ਰ ਦੇ ਲਈ ਅਜਿਹਾ ਹੀ ਅਣਖੀ ਸਾਂ ਜਿਹਾ ਤੁਸੀਂ ਸਭ ਅੱਜ ਦੇ ਦਿਨ ਹੋ। ਹੁਣ ਦੇਖੋ, ਲੋਕ ਇਸ ਬਾਰੇ ਭੁੱਲ ਚੁੱਕੇ ਨੇ ਕਿ ਇਹਦਾ ਪੁਰਾਣਾ ਜੀਵਨ ਕੈਸਾ ਸੀਗਾ, ਇਹ ਕਿਹੋ ਜਿਹਾ ਸੀਗਾ, ਇਹ ਲੋਕਾਂ ਨੂੰ ਮਾਰਦਾ ਸੀਗਾ, ਲੋਕਾਂ ਨੂੰ ਕੁੱਟਦਾ ਸੀਗਾ, ਲੋਕਾਂ ਨੂੰ ਸਤਾਉਂਦਾ ਸੀਗਾ। ਲੋਕ ਭੁੱਲ ਚੁੱਕੇ ਨੇ। ਲੇਕਿਨ ਇਹ ਗੱਲ ਲੋਕਾਂ ਨੂੰ ਦੱਸ ਰਿਹਾਗਾ ਕਿ ਮੈਂ ਪੁਰਾਣੇ ਜੀਵਨ ਦੇ ਵਿੱਚ ਐਸਾ ਸੀਗਾ, ਮੇਰਾ ਪੁਰਾਣਾ ਸੁਭਾਅ ਐਸਾ ਸੀਗਾ। ਲੇਕਿਨ ਅੱਜ ਇਨਸਾਨ ਉਹਦਾ ਦੂਜੇ ਲੋਕ ਦੱਸ ਦਿੰਦੇ ਨੇ, ਭਰਾਵਾ ਚਾਹੇ ਤੁਸੀਂ ਮਸੀਹ ਨੂੰ ਮੰਨ ਰਹੇ ਹੋ, ਲੇਕਿਨ ਤੁਸੀਂ ਗਾਲਾਂ ਕੱਢਦੇ ਹੋ,
ਤੁਸੀਂ ਝੂਠ ਬੋਲਦੇ ਹੋ, ਤੁਸੀਂ ਠੱਗੀ ਕਰਦੇ ਹੋ, ਬੇਈਮਾਨੀ ਸਭ ਕੁਝ ਕਰਦੇ ਹੋ। ਲੇਕਿਨ ਇਹ ਇਨਸਾਨ ਨੇ ਜੀਵਨ ਕੈਸਾ ਜੀ ਕੇ ਦਿਖਾਇਆ ਲੋਕਾਂ ਨੂੰ ਕਿ ਉਹਦੇ ਪੁਰਾਣਾ ਜੀਵਨ ਹੀ ਭੁੱਲ ਗਏ। ਅੱਜ ਪਹਿਚਾਣ ਜੋ ਹੁੰਦੀ ਹੈ ਸਾਡੀ, ਹੁਣ ਮੇਰਾ ਜੋ ਕਾਰੋਬਾਰ ਸੀਗਾ, ਹੁਣ ਮੈਨੂੰ ਸ਼ਾਇਦ ਕੋਈ ਨਹੀਂ ਜਾਣਦਾ ਮੇਰੇ ਕੰਮਕਾਰ ਤੋਂ, ਮੇਰੇ ਕਾਰੋਬਾਰ ਤਾਂ ਕੋਈ ਜਾਣਦਾ ਹੀ ਨਹੀਂ। ਕਦੇ ਹੀ ਮੈਂ ਕਿਤੇ ਜ਼ਿਕਰ ਕਰਾਂ ਤਾਂ ਕਰਾਂ, ਕਦੇ ਹੀ ਕਦੇ ਜ਼ਿਕਰ ਕਰਦਾ ਨਹੀਂ ਤਾਂ ਵੈਸੇ ਜ਼ਿਆਦਾ ਲੋਕਾਂ ਨੂੰ ਹੁਣ ਨਹੀਂ ਪਤਾ। ਫਿਰ ਇਹਦੇ ਬਾਰੇ ਵਿੱਚ ਦੇਖੋ ਮਸੀਹ ਦੇ ਵਿੱਚ ਕਿੰਨਾ ਅੱਗੇ ਵਧਿਆ, ਕਿੰਨਾ ਅੱਗੇ ਵਧਿਆ। ਲੋਕ ਭੁੱਲ ਗਏ ਕਿ ਪੌਲਸ ਕੈਸਾ ਸੀਗਾ। ਹੁਣ ਪੌਲਸ ਦੱਸ ਰਿਹਾ ਹੈਗਾ ਕਿ ਮੈਂ ਕੌਣ ਹਾਂ। ਮੈਂ ਤਾਂ ਗਮਲੀਏਲ ਦੇ ਚਰਨਾਂ ਦੇ ਵਿੱਚ ਬਹਿ ਕੇ ਸਿੱਖਿਆ ਪ੍ਰਾਪਤ ਕਰੀ ਹੋਈ ਹੈ। ਔਰ ਫਿਰ ਪੜ੍ਹੋ ਅੱਗੇ ਜੀ। ਔਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ ਕੇ ਔਰ ਕੈਦ ਵਿੱਚ ਪਾ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕਰ ਸਤਾਇਆ। ਮਤਲਬ ਮੈਂ ਤਾਂ ਇਹੋ ਜਿਹਾ ਸੀਗਾ ਕਿ ਮੈਂ ਲੋਕਾਂ ਨੂੰ ਬੰਨ ਲੈਂਦਾ ਸੀਗਾ, ਤੀਵੀਆਂ ਨੂੰ ਬੰਨ ਲੈਂਦਾ ਸੀਗਾ, ਮੈਂ ਤਾਂ ਉਹਨਾਂ ਨੂੰ ਮੌਤ ਤੱਕ ਮਾਰ ਲੈ ਜਾਂਦਾ ਸੀਗਾ। ਆਪਣੇ ਬਾਰੇ ਇਸ ਤਰ੍ਹਾਂ ਦੱਸ ਰਿਹਾ ਹੈਗਾ, ਲੇਕਿਨ ਲੋਕ ਭੁੱਲ ਚੁੱਕੇ ਨੇ। ਮਤਲਬ ਪਰਮੇਸ਼ਵਰ ਦਾ ਵਚਨ ਸਾਨੂੰ ਇਹੀ ਦੱਸਣਾ ਚਾਹੁੰਦਾ ਹੈਗਾ ਕਿ ਜੋ ਸਾਡਾ ਜੀਵਨ ਹੈ ਉਹ ਲੋਕਾਂ ਨੂੰ ਭੁੱਲਣਾ ਚਾਹੀਦਾ ਹੈਗਾ। ਪੁਰਾਣਾ ਜੀਵਨ, ਸਾਡਾ ਪੁਰਾਣਾ ਸੁਭਾਅ। ਲੋਕ ਸਾਡੀ ਪਹਿਚਾਣ ਕਰਨ ਤਾਂ ਕਿੱਥੋਂ ਕਰਨ? ਮਸੀਹ ਤੋਂ ਪਹਿਚਾਣ ਕਰਨ ਕਿ ਜਿਹੜੇ ਤਾਂ ਮਸੀਹ ਨੂੰ ਮੰਨਦੇ ਨੇ। ਇਹ ਕੌਣ ਨੇ? ਇਹ ਤਾਂ ਸਾਡੇ ਪਿੰਡ ਦੇ ਵਿੱਚ ਮਸੀਹ ਨੂੰ ਮੰਨਣ ਵਾਲੇ ਲੋਕ ਨੇ। ਇਹ ਲੜਾਈ ਝਗੜਾ ਨਹੀਂ ਕਰਦੇ, ਇਹ ਗਾਲਾਂ ਨਹੀਂ ਕੱਢਦੇ, ਇਹ ਝੂਠ ਨਹੀਂ ਬੋਲਦੇ, ਇਹ ਨਿੰਦਿਆ ਨਹੀਂ ਕਰਦੇ। ਇਹ ਰੱਬ ਦੇ ਨਾਲ ਜੁੜੇ ਹੋਏ ਲੋਕ ਨੇ। ਮਤਲਬ ਸਾਡੀ ਪਹਿਚਾਣ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਪਹਿਚਾਣ ਨਹੀਂ ਕਿ ਪਹਿਲਾਂ ਵੀ ਜੀਵਨ ਇਹੋ ਜਿਹਾ ਸੀਗਾ, ਮਸੀਹ ਦੇ ਵਿੱਚ ਆਉਣ ਤੋਂ ਬਾਅਦ ਵੀ ਜੀਵਨ ਐਸਾ ਹੈਗਾ। ਇਸ ਤਰ੍ਹਾਂ ਦੀ ਪਰਮੇਸ਼ਰ ਪਹਿਚਾਣ ਨਹੀਂ ਚਾਹੁੰਦੇ। ਹੁਣ ਪਤਰਸ ਬਾਰੇ ਕਿੰਨੇ ਲੋਕ ਜਾਣਦੇ ਆਪਾਂ? ਸਾਰੇ ਜਾਣਦੇ ਆ। ਪਤਰਸ ਕੌਣ ਸੀ? ਪਰਮੇਸ਼ਰ ਦਾ ਚੇਲਾ। ਚੇਲਾ ਸੀ। ਹੁਣ ਅੱਜ ਦੇਖੋ ਜਿੱਥੇ ਵੀ ਜ਼ਿਕਰ ਹੁੰਦਾ ਗਾ, ਲੋਕ ਇਹੀ ਕਹਿੰਦੇ ਨੇ ਕਿ ਪਤਰਸ ਕੌਣ ਸੀਗਾ? ਪ੍ਰਭੂ ਯਿਸੂ ਮਸੀਹ ਦਾ ਚੇਲਾ, ਜਿਹੜਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਿਆ। ਲੇਕਿਨ ਪਤਰਸ ਇੱਕ ਮਛੁਆਰਾ ਸੀ, ਮੱਛੀਆਂ ਫੜਨ ਵਾਲਾ ਸੀਗਾ। ਅੱਜ ਕੋਈ ਇਨਸਾਨ ਇਹ ਨਹੀਂ ਕਹਿੰਦਾ ਪਤਰਸ ਨੂੰ ਕਿ ਪਤਰਸ ਮੱਛੀਆਂ ਫੜਨ ਵਾਲਾ ਸੀਗਾ। ਅੱਜ ਕਦੇ ਵੀ ਪਤਰਸ ਦਾ ਜ਼ਿਕਰ ਹੋਏ ਤਾਂ ਲੋਕ ਇਹੀ ਕਹਿੰਦੇ ਨੇ ਕਿ ਪਤਰਸ ਕੌਣ ਸੀ? ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀਗਾ। ਉਹਦੀ ਜੋ ਪੁਰਾਣੀ ਪਹਿਚਾਣ ਸੀ, ਉਹਦੀ ਪੁਰਾਣੀ ਪਹਿਚਾਣ ਖਤਮ ਹੋ ਚੁੱਕੀ। ਕਿਵੇਂ ਖਤਮ ਹੋਈ? ਕਿ ਜਦੋਂ ਨਵੇਂ ਜਨਮ ਦੇ ਵਿੱਚ ਆਇਆ ਗਾ, ਔਰ ਪੁਰਾਣੇ ਜਨਮ ਦੀਆਂ ਪੁਰਾਣੇ ਜੀਵਨ ਦੀਆਂ ਸਾਰੀਆਂ ਗੱਲਾਂ, ਇਨਸਾਨੀਅਤ ਜੋ ਪੁਰਾਣੀ ਇਨਸਾਨੀਅਤ ਸੀ ਉਹਨੂੰ ਲਾਹ ਛੱਡਿਆ ਉਹਨੇ। ਫਿਰ ਉਹਨੇ ਨਵੀਂ ਇਨਸਾਨੀਅਤ ਪਾਈ, ਮਤਲਬ ਨਵਾਂ ਜਨਮ ਪਾਇਆ। ਅਗਰ ਪੁਰਾਣਾ ਜਨਮ ਅਸੀਂ ਛੱਡਦੇ ਹਾਂ ਤਾਂ ਸਾਨੂੰ ਨਵਾਂ ਜਨਮ ਮਿਲਦਾ ਗਾ। ਔਰ ਉਹ ਇਸ ਤਰ੍ਹਾਂ ਨਹੀਂ ਮਿਲਦਾ। ਉਹਦੇ ਲਈ ਸਾਨੂੰ ਵਚਨ ਦੇ ਵਿੱਚ ਸਿੱਖਣਾ ਪੈਂਦਾ ਗਾ ਕਿ ਵਿਸ਼ਵਾਸ ਕੀ ਹੈ, ਤੋਬਾ ਕੀ ਹੈ, ਔਰ ਬਪਤਿਸਮਾ ਕੀ ਹੈ, ਔਰ ਪਵਿੱਤਰ ਆਤਮਾ ਕੀ ਹੈ। ਜਿੰਨਾ ਚਿਰ ਇਨਸਾਨ ਦੇ ਕੋਲ ਇਹ ਸੱਚਾਈ ਨਹੀਂ ਹੈ ਤਾਂ ਇਨਸਾਨ ਚਾਹੇ ਗੋਤਾ ਮਾਰੇ 2 ਵਾਰ, ਚਾਹੇ ਮਾਰੇ 10 ਵਾਰ ਪਾਣੀ ਵਿੱਚ, ਉਹਦਾ ਨਵਾਂ ਜਨਮ ਨਹੀਂ ਹੈ। ਕਈ ਲੋਕਾਂ ਨੂੰ ਤਾਂ ਲੱਗਦਾ ਗਾ ਵੀ ਚਲੋ ਜਾ ਕੇ ਬਪਤਿਸਮਾ ਲੈ ਕੇ ਆ ਜਾਓ, ਸ਼ਾਇਦ ਸਾਡਾ ਨਵਾਂ ਜੀਵਨ ਸ਼ੁਰੂ ਹੋ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹਦੇ ਲਈ ਕੀ ਹੈ ਕਿ ਸੱਚਾ ਵਿਸ਼ਵਾਸ, ਸੱਚੀ ਤੋਬਾ, ਸੱਚਾ ਬਪਤਿਸਮਾ, ਮਤਲਬ ਚੱਲਦੇ ਹੋਏ ਪਾਣੀ ਵਿੱਚ ਬਪਤਿਸਮਾ, ਫਿਰ ਪਵਿੱਤਰ ਆਤਮਾ ਦਾ ਦਾਨ। ਇਹ ਸੱਚਾਈ ਹੈ। ਜਦ ਇਨਸਾਨ ਇਸ ਤਰ੍ਹਾਂ ਕਰਦਾ ਗਾ ਤਾਂ ਪਰਮੇਸ਼ਰ ਕੀ ਕਹਿੰਦੇ ਨੇ? ਉਸ ਨੂੰ ਆਪਣਾ ਪਵਿੱਤਰ ਆਤਮਾ ਦੇ ਦਿੰਦੇ ਨੇ। ਔਰ ਜਿਹੜਾ ਇਨਸਾਨ ਆਇਆ ਸੀਗਾ ਪ੍ਰਭੂ ਯਿਸੂ ਮਸੀਹ ਦੇ ਕੋਲ, ਉਸ ਨੂੰ ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ? ਕਿ ਜਿੰਨਾ ਚਿਰ ਮਨੁੱਖ ਜਲ ਤੇ ਆਤਮਾ ਤੋਂ ਪੈਦਾ ਨਾ ਹੋਏ ਉਹ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਜਾ ਸਕਦਾ, ਮਤਲਬ ਸਵਰਗ ਵਿੱਚ ਨਹੀਂ ਜਾ ਸਕਦਾ। ਅਗਰ ਸਵਰਗ ਦੇ ਵਿੱਚ ਜਾਣਾ ਗਾ ਤਾਂ ਕੀ ਕਰਨਾ ਪਏਗਾ? ਨਵਾਂ ਜਨਮ ਪਾਉਣਾ ਪਊਗਾ, ਨਵੇਂ ਜਨਮ ਦੇ ਵਿੱਚ ਆਉਣਾ ਪਊਗਾ। ਔਰ ਨਵਾਂ ਜਨਮ ਉਦੋਂ ਹੀ ਹੁੰਦਾ ਗਾ ਕਿ ਜਦ ਇਨਸਾਨ ਸੱਚਾ ਵਿਸ਼ਵਾਸ ਕਰੇ, ਸੱਚੀ ਤੋਬਾ ਕਰੇ, ਸੱਚਾ ਬਪਤਿਸਮਾ ਲਵੇ। ਔਰ ਉਸ ਤੋਂ ਬਾਅਦ ਉਸਦੇ ਪਾਪਾਂ ਦੀ ਮਾਫੀ ਹੋ ਜਾਂਦੀ ਹੈ। ਇਨਸਾਨ ਪੁਰਾਣੇ ਜੀਵਨ ਦੇ ਲਈ, ਪੁਰਾਣੇ ਸੁਭਾਅ ਦੇ ਲਈ, ਪੁਰਾਣੀ ਇਨਸਾਨੀਅਤ ਲਈ ਉਹ ਮਰ ਜਾਂਦਾ ਗਾ। ਔਰ ਮਰਨ ਤੋਂ ਬਾਅਦ ਉਸਦਾ ਦਫਨ ਹੋ ਜਾਂਦਾ ਗਾ। ਜਦ ਉਸਦਾ ਦਫਨ ਹੁੰਦਾ ਗਾ ਫਿਰ ਉਹ ਦੁਬਾਰਾ ਨਹੀਂ ਆਉਂਦਾ। ਇਸ ਲਈ ਕੀ ਕਰਨਾ ਗਾ ਕਿ ਮਸੀਹ ਦੀ ਜੋ ਪਹਿਚਾਣ ਹੈ ਉਹਦੀ ਪਹਿਚਾਣ ਦੇਖੋ ਕਿ ਸਾਡਾ ਮਸੀਹ ਸਾਡੇ ਲਈ ਮਾਰਿਆ ਗਿਆ। ਉਹ ਕਿਉਂ ਮਾਰਿਆ ਗਿਆ? ਅਸੀਂ ਨਵੇਂ ਜੀਵਨ ਵਿੱਚ ਚੱਲਣਾ ਗਾ, ਉਹ ਕਿਸ ਤਰ੍ਹਾਂ ਚੱਲਣਾ ਗਾ? ਫੈਸਲਾ ਤੁਹਾਡਾ ਗਾ, ਜ਼ਿੰਦਗੀ ਤੁਹਾਡੀ ਹੈ ਕਿ ਨਵਾਂ ਜਨਮ ਪਾਉਣਾ ਗਾ ਜਾਂ ਨਹੀਂ ਪਾਉਣਾ। ਅਗਰ ਪਾਇਆ ਗਾ ਕਿ ਵਾਕਈ ਤੁਹਾਡਾ ਨਵਾਂ ਜਨਮ ਹੈ। ਅਗਰ ਨਵਾਂ ਜਨਮ ਨਹੀਂ ਹੈ ਤਾਂ ਕੋਈ ਗੱਲ ਨਹੀਂ, ਕਿਸੇ ਸੇਵਕ ਨੂੰ ਪੁੱਛੋ ਕਿ ਮੇਰਾ ਨਵਾਂ ਜਨਮ ਕਿਸ ਤਰ੍ਹਾਂ ਹੋਊਗਾ। ਔਰ ਪ੍ਰਭੂ ਯਿਸੂ ਨੇ ਸਾਫ਼ ਹੀ ਗੱਲ ਕਹਿਤੀ ਕਿ ਜਿਹੜਾ ਇਨਸਾਨ ਨਵੇਂ ਸਿਰੇ ਤੋਂ ਪੈਦਾ ਨਹੀਂ ਹੁੰਦਾ ਉਹ ਸਵਰਗ ਵਿੱਚ ਨਹੀਂ ਜਾ ਸਕਦਾ। ਪ੍ਰਾਰਥਨਾ ਕਰਨ ਵਾਲਾ ਨਹੀਂ, ਬਾਈਬਲ ਪੜ੍ਹਨ ਵਾਲਾ ਨਹੀਂ, ਹਰ ਸੰਡੇ ਬੰਦਗੀ ਵਿੱਚ ਜਾਣ ਵਾਲਾ ਨਹੀਂ, ਲੇਕਿਨ ਕਿਹੜਾ ਜਾਊਗਾ? ਜਿਹੜਾ ਨਵਾਂ ਜਨਮ ਪਾਇਆ ਹੋਊਗਾ। ਇਸ ਲਈ ਸਾਡੇ ਲਈ, ਹਰ ਇੱਕ ਦੇ ਲਈ ਨਵਾਂ ਜਨਮ ਬਹੁਤ ਹੀ ਜ਼ਰੂਰੀ ਹੈ। ਆਓ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ। ਔਰ ਕੋਈ ਵੀ ਆਪਣੀ ਅੱਖ ਨਹੀਂ ਖੋਲੇਗਾ।
ਸਿਰਫ ਆਪਣੇ ਆਪ ਨੂੰ ਇੱਕ ਸਵਾਲ ਕਰੋ ਕਿ ਜੋ ਨਵਾਂ ਜਨਮ ਹੈ, ਔਰ ਜਿਸ ਤਰ੍ਹਾਂ ਬਾਈਬਲ ਸਿਖਾਉਂਦੀ ਹੈ ਕਿ ਉਸੇ ਤਰ੍ਹਾਂ ਮੈਂ ਨਵਾਂ ਜਨਮ ਪਾ ਚੁੱਕਿਆਂਗਾ, ਕਿ ਉਸੇ ਤਰ੍ਹਾਂ ਮੈਂ ਨਵਾਂ ਜਨਮ ਪਾ ਚੁੱਕੀ ਹਾਂ। ਔਰ ਜਿਸ ਇਨਸਾਨ ਨੇ ਨਵਾਂ ਜਨਮ ਪਾਇਆਗਾ ਤਾਂ ਉਸ ਦੇ ਲਈ ਇਹ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਉਹ ਕੂੜਾ ਹੈ। ਚਾਹੇ ਸੰਸਾਰ ਦੇ ਵਿੱਚ ਉਸਨੂੰ ਕਿੰਨਾ ਵੀ ਫਾਇਦਾ ਹੁੰਦਾ ਹੋਏ, ਤਾਂ ਉਹ ਪਰਮੇਸ਼ਰ ਦਾ ਦਾਸ ਕਹਿੰਦਾ ਹੈਗਾ ਕਿ ਮੇਰੇ ਲਈ, ਮਸੀਹ ਦੇ ਲਈ, ਮਸੀਹ ਮੇਰੇ ਜੀਵਨ ਦੇ ਵਿੱਚ ਹੈ, ਔਰ ਮਸੀਹ ਦੇ ਲਈ ਮੈਂ ਸਾਰੀਆਂ ਗੱਲਾਂ ਨੁਕਸਾਨ ਦੀਆਂ ਸਮਝਾਂਗਾ। ਚਾਹੇ ਮੈਨੂੰ ਜਿੰਨਾ ਮਰਜ਼ੀ ਫਾਇਦਾ ਹੁੰਦਾਗਾ, 2000 ਦਾ, 5000 ਦਾ, 10,000 ਦਾ, 50,000 ਦਾ, ਜਿੰਨਾ ਵੀ ਫਾਇਦਾ ਹੋ ਰਿਹਾਗਾ, ਮਸੀਹ ਦੇ ਲਈ ਮੈਂ ਉਹਨੂੰ ਕੀ ਸਮਝਦਾਗਾ? ਮੈਂ ਉਸਨੂੰ ਨੁਕਸਾਨ ਸਮਝਦਾਗਾ। ਕਿਉਂ? ਕਿਉਂਕਿ ਸੰਸਾਰ ਦੀਆਂ ਗੱਲਾਂ, ਇਹ ਸੰਸਾਰ ਦੇ ਰੀਤੀ ਰਿਵਾਜ, ਇਹ ਸੰਸਾਰ ਦੀਆਂ ਪਰੰਪਰਾਵਾਂ ਮੈਨੂੰ ਪਰਮੇਸ਼ਵਰ ਤੋਂ ਦੂਰ ਲੈ ਕੇ ਜਾ ਰਹੀਆਂ ਨੇ। ਇਸ ਲਈ ਉਹ ਪਰਮੇਸ਼ਵਰ ਦਾ ਦਾਸ ਕਹਿੰਦਾ ਹੈਗਾ, ਇਹ ਮੇਰੇ ਲਈ ਨੁਕਸਾਨ ਹੈ, ਇਹ ਮੇਰੇ ਲਈ ਘਾਟਾ ਹੈਗਾ। ਉਹ ਪਰਮੇਸ਼ਵਰ ਦਾ ਦਾਸ ਕਹਿੰਦਾ ਹੈਗਾ ਕਿ ਸਾਰੀਆਂ ਚੀਜ਼ਾਂ ਮੇਰੇ ਲਈ ਕੂੜਾ। ਲੇਕਿਨ ਹੁੰਦਾ ਕੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਉਹ ਵਾਪਸ ਉਸੇ ਜੀਵਨ ਵਿੱਚ ਜਾ ਰਹੇ ਨੇ, ਉਹ ਵਾਪਸ ਹੌਲੀ ਹੌਲੀ ਉਸੇ ਜੀਵਨ ਦੇ ਵਿੱਚ ਜਾ ਰਹੇ ਨੇ ਜਿਹੜੇ ਜੀਵਨ ਦੇ ਵਿੱਚੋਂ ਬਾਹਰ ਆਏ ਨੇ। ਅਗਰ ਸਵਰਗ ਦੇ ਵਿੱਚ ਜਾਣਾਗਾ, ਅਗਰ ਚਾਹੁੰਦੇ ਹੋ ਕਿ ਅਸੀਂ ਸਵਰਗ ਵਿੱਚ ਜਾਈਏ, ਤਾਂ ਸਾਨੂੰ ਉਹ ਨਵੇਂ ਜੀਵਨ ਦੇ ਵਿੱਚ ਆਉਣਾ ਬਹੁਤ ਹੀ ਜ਼ਰੂਰੀ ਹੈ। ਔਰ ਜੋ ਨਵੇਂ ਜੀਵਨ ਪਾ ਚੁੱਕੇ ਨੇ ਤੇ ਉਹਨਾਂ ਦਾ ਉਸੇ ਜੀਵਨ ਦੇ ਵਿੱਚ ਬਣੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਇਹ ਵਚਨ ਨੂੰ ਸਮਝ ਸਕੀਏ, ਇਸ ਨੂੰ ਮੰਨ ਸਕੀਏ, ਇਸ ਦੇ ਅਨੁਸਾਰ ਜੀਵਨ ਜੀ ਸਕੀਏ। ਪਰਮੇਸ਼ਰ ਸਾਨੂੰ ਸਾਰਿਆਂ ਨੂੰ ਇਸ ਵਚਨ ਦੀ ਆਸੀਸ ਨਾਲ ਭਰ ਦੇਣ।